प्रभ दरबारा। आसा आंदिसा बंद पुराना, महल ना पावै फिरत बगाना। सगल व्याध कै बस कर दीना, फिरत ब्यास ज्यों जल बिन मीना। कछु सियानप उकत नाम मोरी, एक आस ठाकुर प्रभु तोरी। करूं बेनती संतन पासे, मेल लहो नानक अरदासी। भयो कृपाल साध संग पाया, नानक तृप्त पूरा पाया। पूरा पाया रहाओ। दूजा शब्द गुरु साहिब श्री गुरु ग्रंथ साहिब महाराज सच्चे पातशाह जी की पावन पवित्र हजूरी अंदर जुड़ बैठे गुरु प्यारेओ, आप सारे ही अति सत्कारयोग धनता दे योग हो। बड़े भाग ने साहिबा दी मुबारक हाजूरी दे विच गोद विच बैठ के गुरबाणी सुनना समझण दा वक्त सुभाग प्राप्त होया। जो शब्द आपां सूही राग दे विचों पंचम पातशाह धन गुरु अर्जन देव महाराज बाणी का बोहे था, बाणी दे सागर बाणी दे जहाज उन्हां दी मुबारक रसना दे राही उचारण किया होया सरवण किया है। इस शब्द दी विचार आओ आपां रल मिल के करन दा यतन करिए। पातशाह कृपा करना, ज्यों बुलावे त्यों बोला स्वामी, ये बख्शिश करना। जिमें मालक बख्शिश करेगा बुलावेगा, आपां उवें उवें गुरबाणी दी विचार करन दा यतन करांगे। विचार दी आरंभता तो पहला आपस विच सारी संगत ने गुरफतेह दी सांझ पाउणी। सब ने बोलना जी आखियो वाहिगुरू जी का खालसा वाहिगुरू जी की फतेह। सतगुरु पातशाह जी दी पावन बाणी दा उपदेश तकरीबन सारी बाणी दे विच ही मेरे मालक ने मनुख नूं समझाउंदियां बड़ा चोर लाया। बड़ी मेरे मालक ने हीले वसीले तरीके ढंग वरते ने। जो व्यक्ति इस धरती दे तख्ते ते रहिंदा होया अपने जीवन दे विच गुरबाणी नूं आधार बना लैंदा। आपां कल सुनिया सी गुरबाणी नूं अपने जीवन दे विच आधार बनाउणा, टेक बनाउणी, गुरबाणी ते भरोसा, गुरबाणी ते आसरा रखना, गुरबाणी ते आसरा रखना, ज्ञान ते आसरा रखना। ज्ञान दे सदका साडी जिंदगी आ। जे आपां इत्थे गुरु की गोद विच आए आ तां साडा दिमाग साडी सुरत वो काम करदी है, तां लेके आई आ। जिन्हां दा दिमाग अपसैट हुंदा ते आपां नूं पता वो सत संगत च नहीं बहिंदेगे, वो विचारे इधर उधर बौले बन के भटकदे फिरदे रहिंदे ने। ना ही कोई उन्हां नूं उपदेश करदा, ना उन्हां दे परिवार दा कोई मैंबर कहंदा। देखो परिवार दे नेड़े आ ना, परिवार कोई मैंबर उन्हां ते तरस करके गल नहीं कहंदा भी तुसीं चंगे बंदियां च भले बंदियां जाके बह जाओ। क्यों? पता भी इन्हां नूं ज्ञान होना ही नहीं।
ਉਹਨਾਂ ਦਾ ਦਿਮਾਗ ਉਸ ਪੱਖ ਤੋਂ ਡੈਡ ਆ, ਉਧਰਲਾ ਕਨੈਕਸ਼ਨ ਵਾਹਿਗੁਰੂ ਪਰਮਾਤਮਾ ਨੇ ਕੱਟਿਆ ਹੋਇਆ, ਤੇ ਸਾਡੇ ਸਰੀਰ ਦੀ, ਸਾਡੇ ਪਰਿਵਾਰ ਦੀ ਪੂਰੀ ਖੇਡ ਦਿਮਾਗ ਤੇ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਖੁਦ ਆਪ ਅੰਦਰ ਵਰਤ ਕੇ ਸਾਨੂੰ ਇੱਥੋਂ ਤੱਕ ਲੈ ਕੇ ਆਉਂਦੇ ਨੇਗੇ, ਤੇ ਆਪਾਂ ਫਿਰ ਦਿਮਾਗ ਦੇ ਵਿੱਚ ਹੀ ਗੁਰੂ ਪਾਵਨ ਬਾਣੀ ਦਾ ਉਪਦੇਸ਼ ਹੈ ਜਿਹੜਾ ਉਹਨੂੰ ਦ੍ਰਿੜ ਕਰਨਾ, ਪੱਕਾ ਕਰਨਾ ਹੈ। ਗਿਆਨ ਦੇ ਸਦਕਾ ਸਾਡੀ ਜ਼ਿੰਦਗੀ ਅਸੀਂ ਜਿਉਂਦੇ ਹਾਂ। ਜਿਨ੍ਹਾਂ ਨੂੰ ਗਿਆਨ ਹੋ ਜਾਂਦਾ, ਆਪਣੀ ਆਮ ਹੀ ਕਹਾਵਤ ਆ, ਉਹ ਬੰਦਾ ਮਾਰ ਨਹੀਂ ਖਾਂਦਾ। ਬਸ ਇਸ ਗੱਲ ਤੇ ਕੀ ਭਰੋਸਾ ਵੱਜ ਗਿਆ ਵੀ ਉਹ ਬੰਦੇ ਨੂੰ, ਜਿਹਨੂੰ ਮਾਲਕ ਤੇ ਪ੍ਰਮਾਤਮਾ ਤੇ ਟੇਕ ਹੈ, ਭਰੋਸਾ ਹੈ, ਉਹ ਕਦੇ ਵੀ ਕਿਤੇ ਧੋਖਾ ਨਹੀਂ ਖਾਂਦਾ, ਨਾ ਉਹ ਮਰੇ ਨਾ ਠਾਗੇ ਜਾਹੇ। ਇਸ ਕਰਕੇ ਗੁਰਬਾਣੀ ਆਧਾਰ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਗੁਰਬਾਣੀ ਨਾਲੋਂ ਟੁੱਟ ਗਏ, ਕਿਰਤ ਕਰਮ ਕੇ ਵਿਛੜੇ। ਅਸੀਂ ਆਪਣੀ ਕਿਰਤ, ਆਪਣੇ ਕੰਮ, ਆਪਣਾ ਕਾਰੋਬਾਰ ਅਜਿਹਾ ਤੋਰ ਲਿਆ ਜਿਹੜੇ ਕਾਰੋਬਾਰ ਦੇ ਵਿੱਚ ਪੈ ਕੇ ਅਸੀਂ ਵਾਹਿਗੁਰੂ ਪਰਮਾਤਮਾ ਨਾਲੋਂ ਟੁੱਟ ਗਏ। ਪਰ ਪਾਤਸ਼ਾਹ ਜੀ ਲਿਖਦੇ ਕੀ ਨੇ? ਕਿਰਤ ਕਰਮ ਕੇ ਵਿਛੜੇ। ਸਾਡੀ ਜਿਹੜੀ ਅੰਦਰ ਦੀ ਭਾਵਨਾ, ਉਹ ਭਾਵਨਾ ਸਾਡੀ ਕਿਰਤ ਤੇ ਸਾਡੇ ਕੰਮ ਤੇ ਜਾ ਕੇ ਰੁਕ ਗਈ। ਕੰਮ ਕੀ ਸੀ ਉਹ ਆਪਾਂ ਨੂੰ ਪਤਾ ਹੈ। ਜਿਹੜਾ ਕੰਮ ਸਮਾਜ ਨਹੀਂ ਮਾਨਤਾ ਦਿੰਦਾ, ਜਿਸ ਕੰਮ ਨੂੰ ਪਰਿਵਾਰ ਨਹੀਂ ਮਾਨਤਾ ਦਿੰਦਾ, ਜਿਸ ਪਰਿਵਾਰ ਨੂੰ ਗੁਰੂ ਬਿਲਕੁਲ ਹੀ ਨਹੀਂ ਮਾਨਤਾ ਦਿੰਦਾ, ਅਸੀਂ ਉਹ ਕੰਮ ਆਰੰਭ ਲਿਆ। ਉਹ ਕੰਮ ਕਰਕੇ, ਉਹ ਕਿਰਤ ਕਰਕੇ ਅਸੀਂ ਮਾਲਕ ਨੂੰ ਦੂਰ ਹੋ ਗਏ। ਫਿਰ ਬੇਨਤੀ ਕੀ ਹੈ? ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ ਤੂੰ ਮਿਹਰ ਕਰ, ਕਿਰਪਾ ਕਰ, ਮੈਨੂੰ ਟੁੱਟੇ ਹੋਏ ਨੂੰ ਮੇਲ ਨਾਲ ਆਉਂਦੇ। ਮੈਂ ਭੁੱਲ ਗਿਆ, ਮੈਂ ਅਣਜਾਣ ਸੀ, ਮੈਂ ਨਾ ਸਮਝ ਸੀ, ਮੈਂ ਨਾ ਸਮਝ ਆਨਾ। ਮੈਂ ਇੱਦਾਂ ਮੰਨ ਲਓ ਵੀ ਅਗਿਆਨਤਾ ਵਿੱਚ ਫਸ ਕੇ ਆਪਣੇ ਜੀਵਨ ਨੂੰ ਭਾਵ ਬਰਬਾਦ ਕਰ ਰਿਹਾ ਗਾ, ਮੈਨੂੰ ਕੁਛ ਨਹੀਂ ਪਤਾ ਗਾ। ਜਿਹੜਾ ਅਗਿਆਨਤਾ ਦੇ ਚੱਕਰ ਵਿੱਚ ਫਸ ਜਾਂਦਾ, ਫਿਰ ਪਾਤਸ਼ਾਹ ਨੇ ਉਹਨਾਂ ਨੂੰ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਬੜੇ ਸੋਹਣੇ ਢੰਗ ਨਾਲ ਸਮਝਾਇਆ। ਵੈਸੇ ਉਪਦੇਸ਼ ਸਭ ਲਈ ਸਾਂਝਾ, ਚਾਹੇ ਕੋਈ ਸਿੱਖ ਆ, ਚਾਹੇ ਕੋਈ ਹਿੰਦੂ, ਵੈਸ਼ਨੂ, ਜੋ ਮਰਜੀ ਹੈ, ਖੱਤਰੀ, ਬ੍ਰਾਹਮਣ, ਸੂਦ, ਬੈਸ, ਉਪਦੇਸ਼ ਚੌਵਰਨਾ ਕੋ ਸਾਂਝਾ। ਚਾਹੇ ਕੋਈ ਵੱਡਾ ਆਫੀਸਰ ਹੈ ਤੇ ਚਾਹੇ ਕੋਈ ਆਮ ਦਿਹਾੜੀਦਾਰ ਹੈ। ਸਾਡੀ ਨਿਗਾਹ 'ਚ ਕੈਟਾਗਰੀ ਹੈ ਵੀ ਇਹ ਵੱਡਾ, ਇਹ ਛੋਟਾ ਗਾ, ਪਰ ਮਾਲਕ ਦੀ ਨਿਗਾਹ 'ਚ ਤਾਂ ਚਿੰਟੀ ਤੇ ਕੂੰਚਰ ਇੱਕੋ ਜਿਹੇ ਨੇਗੇ। ਫਿਰ ਪਾਤਸ਼ਾਹ ਜੀ ਨੇ ਜ਼ਿਕਰ ਕੀ ਕੀਤਾ? ਰਾਗ ਸੂਹੀ ਅਸ਼ਟਪਦੀਆਂ, ਮਹਿਲਾ ਪੰਜਵਾਂ, ਪਹਿਲਾ ਘਰ ਹੈ। ਘਰ ਪਹਿਲਾ, ਇੱਕ ਓੰਕਾਰ, ਇੱਕ ਪਰਮਾਤਮਾ ਦੀ ਬਖਸ਼ਿਸ਼ ਕਿਰਪਾ ਹੈ, ਸਤਿਗੁਰ ਪ੍ਰਸਾਦ। ਉਰਜ ਰਹਿਓ ਵਿਖਿਆ ਕੈ ਸੰਗਾ। ਦੇਖੋ ਮੇਰੇ ਖਿਆਲ ਮੁਤਾਬਕ ਆਪਾਂ ਨੂੰ ਜਦੋਂ ਗੁਰੂ ਕੀ ਪਾਵਨ ਬਾਣੀ ਸੁਣਨ ਦਾ ਵਕਤ ਮਿਲਦਾ ਨਾ, ਮੇਰੇ ਖਿਆਲ ਮੁਤਾਬਕ ਮੈਨੂੰ ਇਉਂ ਪ੍ਰਤੀਤ ਹੁੰਦਾ ਵੀ ਤੁਸੀਂ ਸਾਰੇ ਵਡਭਾਗੇ ਹੋ ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਜਿਹਦੇ ਆਪਾਂ ਜੁੜੇ ਬੈਠੇ ਆ, ਵੀ ਭਾਵ ਬਾਣੀ ਨੂੰ ਪੜ੍ਹਨ ਦੇ ਨਾਲ ਹੀ ਸਾਡੀ ਸੁਰਤ ਦੇ ਵਿੱਚ ਅਰਥ ਵਗ ਜਾਂਦੇ ਨੇਗੇ। ਇਹ ਕੀ ਹੈ? ਇਹ ਬਖਸ਼ਿਸ਼ ਆ, ਗੁਰੂ ਦੀ ਕਿਰਪਾ। ਅੱਛਾ ਨਹੀਂ, ਦੁਨੀਆ ਦੇ ਵਿੱਚ ਬੜੇ ਨੇ ਜਿਹੜੇ ਡਿਗਰੀਆਂ ਚੱਕੀ ਫਿਰਦੇ ਨੇ, ਬੜੇ ਲੋਕ ਨੇ ਜਿਹੜੇ ਵੱਡੇ ਵੱਡੇ ਪੋਜੀਸ਼ਨਾਂ ਪਾਉਣ ਵਾਲੇ ਸਰਟੀਫਿਕੇਟ ਚੱਕੀ ਫਿਰਦੇ ਨੇ, ਪਰ ਸਿਆਣਪ ਉਹਨਾਂ ਦੇ ਲਾਗੇ ਤਾਗੇ ਵੀ ਨਹੀਂ ਹੈ। ਸਿਆਣਪ ਦੀ ਕਮਜ਼ੋਰੀ ਆ ਉਹਨਾਂ ਕੋਲ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਨਾਲ ਜੁੜ ਕੇ ਕੀ ਖੱਟਣਾ ਸੀ, ਇਸ ਚੀਜ਼ ਦਾ ਕੰਪਾਸਾ ਕਮਜ਼ੋਰ ਰਹਿ ਗਿਆ। ਬਾਕੀ ਸਭ ਕੁਝ ਪਤਾ, ਪਰ ਬਾਕੀ ਜੋ ਪਤਾ ਉਹਦੇ ਵਿੱਚੋਂ ਉਲਝ ਗਿਆ। ਨੰਬਰ 2, ਇੱਕ ਹੇਠਲੇ ਤਲ ਤੇ, ਆਮ ਤਲ ਤੇ ਜ਼ਿੰਦਗੀ ਜਿਉਂਦਾ, ਉਹ ਆਪਣੇ ਪਰਿਵਾਰਕ ਤਲ ਤੇ ਉਲਝ ਗਿਆ। ਚਲੋ ਮੰਨ ਲਓ ਆਪਾਂ ਸੌਖਾ ਸਮਝ ਲਈਏ ਦੋਵਾਂ ਨੂੰ ਕਿ ਸਾਡੇ ਸਮਾਜ ਦੀ ਇੱਕ ਭਾਸ਼ਾ, ਉਹ ਭਾਸ਼ਾ ਕਿਹੜੀ ਆ? ਆਵਾਜ਼ ਆ, ਇੱਕ ਬੋਲੀ ਆ। ਉਹ ਬੋਲੀ ਇਹ ਆ ਵੀ ਜਿਹੜਾ ਇਨਸਾਨ ਆ ਨਾ, ਜੇ ਤਾਂ ਉਹ ਅਤੀ ਗਰੀਬ ਹੋ ਗਿਆ ਫਿਰ ਵੀ ਉਹ ਵਾਹਿਗੁਰੂ ਪਰਮਾਤਮਾ ਦੇ ਜਿਮ ਨਾਲੋਂ ਟੁੱਟ ਜਾਂਦਾ, ਤੇ ਜੇ ਉਹ ਅਤੀ ਅਮੀਰ ਹੋ ਗਿਆ ਫਿਰ ਵੀ ਪਰਮਾਤਮਾ ਨੂੰ ਟੁੱਟ ਜਾਂਦਾ।
पर इन्हां दोवां कैटागोरीਆਂ ਦੇ ਵਿੱਚੋਂ ਦੋਵਾਂ ਭਾਵ ਪੱਖਾਂ ਦੇ ਵਿੱਚੋਂ ਉਹ ਵਿਅਕਤੀ ਸਤਿਕਾਰਯੋਗ ਆ, ਸਤਿਕਾਰ ਦਾ ਪਾਤਰ ਆ ਕੌਣ? ਜਿਹੜਾ ਅਮੀਰ ਹੋਣ ਦੇ ਬਾਵਜੂਦ ਵੀ ਅੰਦਰ ਤੋਂ ਗਰੀਬ ਹੈ। ਉਹ ਸਤਿਕਾਰਯੋਗ ਆ ਜਿਹੜਾ ਅਤੀ ਗਰੀਬ ਹੋਣ ਦੇ ਬਾਵਜੂਦ ਵੀ ਅੰਦਰੋਂ ਅਮੀਰ ਹੈ। ਗੁਰੂ ਆ ਮਤ ਦਿੰਦਾ ਗਾ। एक तो अमीर बहुत आ ना, हंकारी हो गया, वो कहना मैं किसी तो की लैना। हुण गुरु ने जिन्नी अज दे शब्द च गल कीती है सतसंगत दी कीती आ, जिन्नी गल कीती आ ज्ञान दी कीती आ। जिहड़ा हुण अति अमीर बन गया, चार छिलड़ वध गए ते वो हंकारी हो गया। जिहड़ा अति गरीब हो गया वो कहना साडे वर्गिआं नूं रोटी दी फिक्र आ, कित्थे रब दीआं गल्लां। दोवें टुट गए। पर वाहिगुरू जी कहंदे दोनों अवस्थावां दे विच कहंदे तूं चढ़दी कला च रख। गरीब आ सुरत करके अपनी सोच करके अमीर हो जा, शरीर करके अमीर है तो सुरत करके गरीब हो जा। आ विशा गुरबाणी दिंदी है। अच्छा, जिहड़े इन्हां विषयां चों निकल गए वो चाहे आम आ चाहे खास आ चाहे मध वर्ग आ, वो जिहड़ा मर्जी वर्ग होवे, दरमियाना नीच ते ऊच, जिहड़ा मर्जी वर्ग होवे, पर उत्थे कारण की है? पातशाह कहंदे उत्थे सारी उलझ गए भाई। उत्थे जिक्र एक दा नहीं कीता भी इत्थे कल्ला अमीर उलझ गया ना, गरीब भी उलझ गया। साडी निगाह दे विच शरीर करके सानू गरीब बहुत मिलते हैं, पर चेता रखियो शायद वो गरीबी है जिहड़ी शरीरक तल ते ना, वो कई कारण साडे खुद दे भी बन जाते हैं। चलो मालक भली करे। पातशाह ने इत्थे गल कीती आ अंदर दी गरीबी दी, ते जिहड़ी बाहरी गरीबी आ क्यों आई, कदों आई, कारण की बनिया, उहदे बारे कुछ सानू पता भी आ। ते वाहिगुरू किरपा करे कदे वो आपां विशा लै लांगे, उस विषय ते आपां समझण दा यतन करांगे। पर इत्थे अज दा विशा उरज रहियो विख्या कै संगा। हुण जिहड़ी काम वासना वो तां गरीब नूं भी तंग करदी आ, अमीर नूं भी तंग करदी आ। इउं आ मान लो काम वासना दे विच अन्ना होया बंदा, अमीर डरदा नहीं ते गरीब नूं छित्तरां तो डर लगदा गा। गरीब नूं ऐ साडा खड़ा कौन छड़ाऊगा, अमीर कहंदा कोई ना चार छिलड़ हैगे, सब कुछ ठीक हो जाऊगा, मेरे कोले लीडर हैगे ने, मेरे कोले मंत्री संतरी सब हैगे ने। पर ध्यान रखियो काम वासना दोवें तरहां ते इक्को जी हावी आ। क्रोध वासना, लोभ, मोह, हंकार, वो गरीब दे नाल ते अमीर दे नाल दोवां दे इक्को जिहा अटैक कर रही है। वो नहीं फर्क समझदी। उदाहरण देवां भी मान लो करोना चाहे गरीब आ चाहे अमीर आ, अज दी समय च बीमारी कैंसर आ चाहे गरीब आ चाहे अमीर आ, गल खत्म आ। दर्द किते भी शरीर विच पीड़ हुंदी आ, वो पीड़ चाहे गरीब दे शरीर च ते चाहे अमीर दे शरीर च, पर इक्को जी हुंदी आ। समझ गए ना। इदा वो अकाल पुरख पातशाह जी कहते जिहड़ियां भाई ये बीमारियां ना जिन्हां विच असीं उलझ गए, काम क्रोध लोभ मोह हंकार, ये वो बीमारियां ने जिहड़ियां गरीब नूं भी तंग करदियां ते अमीर नूं भी तंग करदियां। हाँ, दोवां पक्षां दे विचों जिहड़ा अगे निकल गया उहदा जीवन सफल है, सुहेला है। वो चाहे घर तल ते अमीर आ ते चाहे वो गरीब आ। फिर पातशाह कहते मैं नहीं तेनों कहांगा भी तू उलझ गया, मैं तेनों फिर सत्कार देवांगे भी धनता दे जोगा, तू बच गया, तू उलझिया नहीं, तू भाव अपनी जिंदगी नूं स्वच्छ बना लिया, वधिया बना लिया। नहीं पर पातशाह नूं कहना पै गया उलझियो। कौन असीं कादे च उलझ रहियो विख्या कै संगा। विख्या मीनस जहर। हुण जहर किहड़ी आ? विषय विकारां दी, मोह दी, माया दी, लालच दी, ये जहर है। उलझ रहियो विख्या के संगा। इहदे विच दोने तरह उलझियां, तिन्नी मान लो दरमियाना मध वर्ग जिहड़ा ते जिहड़ा गरीब वर्ग आ ते जिहड़ा अमीर वर्ग आ, तिन्नी उलझ गए। नीच मध ऊच तिन्ने वर्ग उलझ गए। ये नहीं मनांगे आपां भी जिहड़ा कोई शरीर करके गरीब आ, घर करके गरीब वो बच गया। नहीं, काम ने क्रोध ने लोभ ने अटैक तो उन्होंने भी उड्डे कीता गा, पर बचिया कौन आ? जिहड़ा गुरु ज्ञान नाल जुड़ गया। फिर पातशाह जी कहंदे किने विख्या कै संगा, मने व्यापत अनक तरंगा। साडे मन दे विच इन्नियां को तरंगा, तरंगा तो भाव इन्ने को ख्याल बुरे आउंदे ने। असीं सुत्ते पए भी ते असीं जागदे होए भी उन्हां ख्यालां दे विच तुरे फिरदे आ।
कई ना सानू सरीरक तल ते बीमारियां चों बढ़ जांदियां ने। वैसे मैं वो बीमारियां दे इत्थे जिक्र नहीं कर सकदा, माफ़ी चाहुंदा, पर जिन्हां बीमारियां दा इलाज आ वो गुप्त तौर ते कराउणा पैंदा हैगा। पर वो बीमारियां दा इलाज बाबे नानक ने गुरबाणी च दस्सिया हैगा। पर काश जे किते सी गुरबाणी नूं विचारिया, पढ़िया, सुनिया ते समझिया हुंदा, सानू बीमारियां लगणगीਆਂ नहीं सी। उन्हां बीमारियां दे लगण दा कारण मन दीआं तरंगां, मन दे बुरे भैड़े गंदे ख्याल, जो जागदा तू कर रहा गा सुत्ते दे ख्याल बनी जाते हैं। पातशाह कहते तू ना बीमारियां दे विच जकड़िया गया। मन ही व्यापत, साडे मन दे विच अनेकां ही तरंगां वो वग रहीआं नेगीआं। फिर गुरु पातशाह जी उपदेश की दिंदे ने, कहते मनुख हर वक्त अपने मन नूं माया दे चक्कर विच, लोभ मोह हंकार काम दे चक्कर विच फसाई रखदा है। फिर मैं दोबारा पंक्ति रिपीट करदा, उरज रहियो विख्या कै संगा, मन ही व्यापत अनक तरंगा। वो तरंगां किहड़ियां? मन दे ख्याल, मन दा जिहड़ा सुभाग आ वो विषय विकारां नाल जाके जुड़ गया, काम नाल जुड़ गया, लोभ नाल मोह नाल क्रोध नाल जाके जुड़ गया। ये तरंगां ने ख्याल। फिर अगे पातशाह जी जिक्र करते ने रहाओ दे बंद विच। इस शब्द विच रहाओ दे दो बारी बंद आए ने, दो जिक्र किए ने। इउं मान लो पहले बंद विच प्रश्न आ ते दूजी बंद विच पातशाह ने उत्तर दिता है। पहला बंद की आ रहाओ दा, मेरे मन अगम अगोचर। अपने मन नूं संबोधन करदे होए पंजवें पातशाह ने जिक्र किया, हे मेरे मन अगम अगोचर। वो पूर्ण परमात्मा नूं किवें लभ्या जावे? वो पूर्ण परमात्मा किवें पाया जा सकता है? मेरे मन अगम अगोचर, कत पाइए पूर्ण परमेश्वर। कत किवें पाइए, किहड़े तरीके दे नाल पूर्ण परमेश्वर नूं किवें प्राप्त किया जा सकता है? चलो विचों आपां शब्द तो अगे जाके गल जिहड़ी रहाओ दे बंद विच कीती है मैं थोड़ा जिक्र इत्थे करना चाहांगा। फिर पातशाह जी कहंदे ने भयो कृपाल साध संग पाया। हुण बख्शिश की कीती है पातशाह ने, कहंदे ऐ मेरे मित्र मेरे सज्जन जी एक गल नूं ध्यान दे नाल सुण। कहंदे तेरे ते बख्शिश गुरु दी सत संगत विच जाके होनी है। भयो कृपाल साध संग पाया, नानक तृप्ते पूरा पाया। कहंदे तू सत संगत विच जाके, साध संगत विच जाके तृप्त हो सकदा। तृप्त तो भाव हुंदा रजना, ते इत्थे किहड़े रजण दी गल कीती है? सरीरक तल ते रोटी दी ना, पानी दी नहीं, दुध चाह दी ना। किहड़े रजण दी गल कीती आ? तू जदों सत संगत विच साध संगत विच जा वड़ेगा ना, ते उत्थे जाके तेरा जिहड़ा अंदर दी भावना गी, अंदर दे ख्याल ने गुरु दी मत लैके सारियां दे नाल मेल मिलाप बरताओ इक्को जिहा हो जाऊगा। इक्को जिहे बरताओ तो भाव की आ? सारे भैन भरा असीं एक मिक हो जावांगे। थोड़ा सौखा कर लईए, भाव की है? माफ करना भी अज दा जिहड़ा समां ना, एक बहुत वड्डा विद्वान होयागा। वैसे उन्होंने बहुत किताबां भी लिखियां ने, उन्हों का नाम रजनीश कुशवा। उन्हों दी बोल आ पढ़न का वक्त मिलिया। वो कहते ज़्यादातर धार्मिक स्थान कोई भी होवे, माफ़ करना भी आपां वो गल कह नहीं सकते, पर उन्हों का जिहड़ा लेवल आ बहुत उच्चा गा भी उन्होंने अपने उस लेवल ते जाके गल कीती आ। कहते लोगों का जिहड़ा झुकाव हुंदा ना, वो ज़्यादातर गलत भावना लेके पहुँचते हैं। जिहड़ी उन्होंने गल कीती वो तो बहुत ज़्यादा मतलब कि समझण ते सोचण वाली विचार आ। वो कहंदा माड़े बंदियां दा झुकाव उत्थे ज़्यादा हो जाता। क्यों हो जाता? क्योंकि गुरु तो होर वेस ते गल करदा भी तू सत संगत विच पहुँच के अपना परिवार बना लै, ते परिवार दे विच बैठिया देखो भैन भरावां कोले बैठिया, मातावां कोले बैठिया, दादी कोले दादे कोले बैठिया, जिहड़ा मनुख दी सुरत दे विच ख्याल आ ना, जिहड़ा होरां प्रति ख्याल बनना गा उत्थे वो ख्याल नहीं बनदा गा। काम क्रोध लोभ मोह हंकार परथाए, उत्थे वो अंदर तरंग नहीं आउंदी गी, अंदर दियां तरंगां अंदर दियां किरनां उत्थे बंद हो जांदियां ने। इवें जिवें गुरु साहब कहंदे अपने गुरु कोले पहुँच के ना, गुरु बाप है
ਤੇ ਜਿਹੜੇ ਗੁਰੂ ਨਾਲ ਜੁੜੇ ਹੋਏ ਸਤ ਸੰਗੀ ਨੇ ਉਹ ਸਾਡੇ ਭੈਣ ਭਰਾ ਨੇ। ਉੱਥੇ ਬੈਠ ਕੇ ਇਉਂ ਮਹਿਸੂਸ ਕਰ ਵੀ ਮੈਂ ਆਪਣੇ ਭੈਣ ਭਰਾਵਾਂ ਦੇ ਵਿੱਚ ਬੈਠਾ, ਤੇਰੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਖਿਆਲ ਆ ਜਿਹੜੀ ਬੁਰੀ ਖਿਆਲ ਆ ਨਾ ਉਹ ਨਹੀਂ ਆਵੇਗੀ ਜੇ ਇਹ ਖਿਆਲ ਬਣਾਉਣਾ। ਗੁਰੂ ਨੇ ਤੇ ਇਉਂ ਦੱਸਿਆ, ਪਰ ਅੱਜ ਦਾ ਸੁਭਾਅ ਕੀ ਆ, ਮਾਫ ਕਰਨਾ, ਉਹ ਅਗਲੀ ਗੱਲ ਜਿਹੜੀ ਆਪਾਂ ਕਹਿਣ ਲੱਗੇ ਸੀ ਵੀ ਧਾਰਮਿਕ ਥਾਵਾਂ ਤੇ ਚਾਹੇ ਉਹ ਮੰਦਰ ਆ, ਮਸਜਿਦ ਆ, ਗੁਰਦੁਆਰੇ ਨੇ, ਕੁਛ ਵੀ ਆ, ਪਰ ਲੋਕਾਂ ਦਾ ਜਿਹੜਾ ਡਰ ਆ ਨਾ ਉਹ ਪਰਮਾਤਮਾ ਤੋਂ ਦੂਰ ਹੋ ਗਿਆ। ਪਰਮਾਤਮਾ ਤੋਂ ਲੋਕ ਡਰਨੋਂ ਹਟ ਗਏ ਤੇ ਉੱਥੇ ਮਾੜੇ ਬੰਦਿਆਂ ਦਾ ਝੁਕਾਅ ਆ ਜਿਹੜਾ ਵੱਧ ਜਾਂਦਾ, ਮਾੜੇ ਬੰਦਿਆਂ ਦਾ ਝੁਕਾਅ ਜ਼ਿਆਦਾ ਹੋ ਜਾਂਦਾ। ਉੱਥੇ ਸ਼ਰਾਰਤਾਂ ਕਰਨੀ ਪਹੁੰਚਦੇ ਨੇ। ਰਹਿੰਦੀ ਕਸਰ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਸਾਡੇ ਸਮਾਜ ਦੇ ਬੜੇ ਤਕੜੇ ਕਲਾਕਾਰ ਨੇ, ਇਹ ਤਕੜੇ ਗਾਇਕ ਨੇ, ਉਹਨਾਂ ਨੇ ਕੱਢਤੀ। ਮਾਫ ਕਰਨਾ, ਸਭ ਸਾਰੇ ਧੀਆਂ ਭੈਣਾਂ ਵਾਲਿਆਂ ਉਹਨਾਂ ਦੀਆਂ ਕਿਹੋ ਜਿਹੀਆਂ ਗੱਲਾਂ ਨੇਗੀਆਂ। ਹਾਂ ਜੇ ਮਿਲਣਾਗਾ, ਦੇਖੋ ਇੱਕ ਭੈਣ ਭਰਾ, ਵੇਖੀ ਰਿਸ਼ਤਾ ਸਾਡਾ ਭੈਣ ਭਰਾ ਦਾ, ਗੁਆਂਢੀਆਂ ਪਿੰਡ ਦੇ ਆ, ਉਹਨਾਂ ਦੀਆਂ ਆਦਤਾਂ, ਉਹਨਾਂ ਦਾ ਸੁਭਾਅ ਕਿ ਮਿਲਣਾ ਤਾਂ ਗੁਰਦੁਆਰੇ, ਮਿਲਣਾ ਤਾਂ ਮੰਦਰ, ਮਿਲਣਾ ਤਾਂ ਮਸਜਿਦ। ਮਤਲਬ ਕਿ ਧਾਰਮਿਕ ਥਾਵਾਂ ਨੂੰ ਉਹਨਾਂ ਲੋਕਾਂ ਨੇ ਆਸ਼ਕੀ ਦੇ ਅੱਡੇ ਬਣਾਤਾ। ਤੇ ਹੁਣ ਸੋਚੋ ਕਿੱਥੇ ਗੱਲ ਆ ਗਈ। ਗੁਰੂ ਤਾਂ ਕਹਿੰਦਾ ਇੱਥੇ ਭੈਣ ਭਰਾਵਾਂ ਵਾਂਗੂ ਵਿਚਰਨਾ ਤੇ ਤੇਰੇ ਦਿਮਾਗ ਵਿੱਚ ਕਿਸੇ ਤਰ੍ਹਾਂ ਦਾ ਬੁਰਾ ਖਿਆਲ ਨਹੀਂ ਆਵੇਗਾ। ਕਿਉਂ ਬੁਰਾ ਖਿਆਲ? ਸਾਨੂੰ ਸਾਡੀ ਮਾਂ ਕੋਲੇ, ਸਾਨੂੰ ਸਾਡੀ ਭੈਣ ਕੋਲੇ ਕਦੇ ਨਹੀਂ ਆਉਂਦਾ। ਬਸ ਇਵੇਂ ਜਿਵੇਂ ਇੱਥੇ ਅਸੀਂ ਇੱਕ ਪਰਿਵਾਰ ਦੇ ਮੈਂਬਰ ਬੈਠੇ ਆ, ਇਉਂ ਉਹ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਆ। ਪਰ ਅੱਜ ਸਾਡਾ ਅੱਡਾ ਬਣ ਗਿਆ। ਮਾੜਾ ਕੰਮ ਕਰਨਾ ਤਾਂ ਚੱਲ ਗੁਰਦੁਆਰੇ, ਮਾੜਾ ਕੰਮ ਕਰਨਾ ਤਾਂ ਚੱਲ ਮੰਦਰ, ਮਾੜਾ ਕੰਮ ਕਰਨਾ ਚੱਲ ਮਸਜਿਦ। ਤੇ ਬਾਬਾ ਨਾਨਕ ਕਹਿੰਦੇ ਫਿਰ ਇਸ ਕੰਮਾਂ ਦੇ ਵਿੱਚ ਬੰਦਾ ਉਲਝ ਕੇ ਰਹਿ ਗਿਆ। ਇੱਥੇ ਉਲਝ ਗਿਆ ਨਾ, ਅੱਡਾ ਬਣ ਗਿਆ ਇੱਕ। ਚਲੋ ਗੁਰੂ ਕਿਰਪਾ ਕਰੇ ਉਸ ਪੱਖ ਤੇ ਅਸੀਂ ਨਹੀਂ ਜਾਣਾਗਾ, ਅਸੀਂ ਉਸ ਪੱਖ ਤੋਂ ਉੱਪਰ ਉੱਠਣਾਗਾ, ਅਸੀਂ ਉਸ ਪਾਸੇ ਆਪਣਾ ਖਿਆਲ ਨਹੀਂ ਲੈ ਕੇ ਜਾਣਾਗਾ। ਅਸੀਂ ਕੇਵਲ ਤੇ ਕੇਵਲ ਆਪਣਾ ਧਿਆਨ ਗੁਰੂ ਕੀ ਪਾਵਨ ਬਾਣੀ ਤੇ ਕੇਂਦਰਿਤ ਕਰਨਾ, ਗੁਰੂ ਕੀ ਪਾਵਨ ਬਾਣੀ ਨਾਲ ਆਪਣੇ ਆਪ ਨੂੰ ਜੋੜਨ ਦਾ ਯਤਨ ਕਰਨਾ। ਹੁਣ ਆਪਾਂ ਇੱਥੇ ਕੀ ਸਿੱਖਿਆ ਲੈਣੀ ਆ? ਠੀਕ ਆ ਵੀ ਸਾਡੇ ਆਸੇ, ਸਾਡੇ ਪਾਸੇ, ਸਾਡੇ ਮੰਗਰ, ਸਾਡੇ ਅੱਗੇ ਬੜੇ ਘਟੀਆ ਸੋਚ ਦੇ ਵਿਅਕਤੀ, ਕੋਈ ਵੀਰ, ਕੋਈ ਭੈਣਾ ਬੈਠੇ ਹੋਣਗੇ, ਪਰ ਅਸੀਂ ਇਹ ਸੋਚਣਾ ਵੀ ਅਸੀਂ ਗੁਰੂ ਨਾਲ ਜੁੜਨਾ ਆ, ਬਸ ਸਾਨੂੰ ਉਹਨਾਂ ਤੱਕ ਕੋਈ ਮਤਲਬ ਨਹੀਂ ਹੈ। ਕਿਸੇ ਨੇ ਗੱਲ ਬੜੀ ਵਧੀਆ ਕਹੀ, ਚਲੋ ਗੱਲਾਂ ਸਾਰੀਆਂ ਕਰਨ ਨੂੰ ਹੁੰਦੀਆਂ, ਸੁਣਨ ਨੂੰ ਹੁੰਦੀਆਂ, ਸਮਝਣ ਨੂੰ ਹੁੰਦੀਆਂ। ਆਪਾਂ ਓਸ਼ੋ ਦੀ ਗੱਲ ਵੀ ਸੁਣ ਲਈ, ਉਹ ਕੀ ਕਹਿੰਦਾਗਾ, ਉਹਦੀ ਗੱਲ 'ਚ ਵੀ ਦਮ ਹੈ, ਵਾਕਈ ਸੱਚ ਆ ਜੋ ਉਹਨੇ ਕਿਹਾਗਾ। ਅੱਜ ਇਹ ਸਾਡੀਆਂ ਅੱਖਾਂ ਨੂੰ ਦੇਖਣ ਨੂੰ ਮਿਲਦਾਗਾ। ਠੀਕ ਆ ਵੀ ਜੇ ਮਾੜੀ ਮੋਟੀ ਡਰ ਹੈ, ਗੁਰੂ ਦਾ ਡਰ ਘੱਟ ਹੈਗਾ, ਸਾਨੂੰ ਕੈਮਰਿਆਂ ਦਾ ਡਰ ਜ਼ਿਆਦਾ ਵੀ ਕੈਮਰੇ ਲੱਗੇ ਨੇ ਇੱਥੇ, ਭਾਵੇਂ ਉਹ ਖੜੇ ਹੋਣ ਤੇ ਭਾਵੇਂ ਚੱਲਦੇ ਹੋਣ, ਸਾਨੂੰ ਮਤਲਬ ਕੋਈ ਨਹੀਂ, ਬੇਇੱਜ਼ਤੀ ਹੋਊਗੀ ਮਾੜਾ ਮੋਟਾ। ਜ਼ਿਆਦਾ ਦਿਮਾਗ ਨੂੰ ਸਾਡੇ ਵਿਸ਼ੇ ਵਿਕਾਰ ਵਿਖਿਆ ਜ਼ਹਿਰ ਹਾਵੀ ਹੋ ਗਈ। ਚਲੋ ਵਾਹਿਗੁਰੂ ਕਿਰਪਾ ਕਰਦਾ, ਉੱਥੇ ਸਾਡੇ ਜੀਵਨ ਮੁੜ ਪੈਂਦਾਗਾ। ਚਲੋ ਇੱਥੇ ਜਿਹੜੀ ਗੱਲ ਆ ਨਾ ਵੀ ਸਾਡਾ ਜਿਹੜਾ ਧਿਆਨ ਆ ਉਹ ਕੇਵਲ ਗੁਰੂ ਤੇ ਹੋਣਾ ਚਾਹੀਦਾ। ਕਿਵੇਂ? ਕਹਿੰਦੇ ਕੋਈ ਬੱਚਾ, ਨੌਜਵਾਨ ਇੱਕ ਧਾਰਮਿਕ ਜਗ੍ਹਾ ਤੇ ਆਇਆ, ਉਹ ਕੋਈ ਵੀ ਲਾ ਲਓ, ਆਪਾਂ ਮੰਦਰ, ਮਸਜਿਦ, ਗੁਰਦੁਆਰਾ ਕੋਈ ਵੀ ਲਾ ਲਓ ਜੋ ਸਾਡੇ ਧਿਆਨ 'ਚ ਨੇ, ਆਸੇ ਪਾਸੇ ਨੇ। ਜਦੋਂ ਆਇਆ ਤੇ ਉਹਦਾ ਮਨ ਆ ਜਿਹੜਾ ਉੱਥੇ ਆ ਕੇ ਉਦਾਸ ਹੋ ਗਿਆ। ਕਿਉਂ? ਕਿਉਂਕਿ ਉਹਨੇ ਉੱਥੇ ਆ ਕੇ ਬਹੁਤ ਗੰਦਾ ਦੇਖਿਆ। ਇੱਧਰ ਵੀ ਯਾਰ ਗਲਤ ਕੰਮ ਹੋਈ ਜਾਂਦਾ, ਇੱਧਰ ਵੀ ਗਲਤ ਹੋਈ ਜਾਂਦਾ, ਪਿੱਛੇ ਵੀ ਅੱਗੇ ਵੀ, ਚਾਰ ਚਫੇਰੇ ਗਲਤ ਕੰਮ ਹੋਈ ਜਾਂਦੇ ਨਾ। ਜਦੋਂ ਉਹਨੇ ਇਸ ਤਰ੍ਹਾਂ ਦਾ ਖਿਆਲ ਦੇਖਿਆ, ਉਹ ਜਾ ਕੇ ਆਪਣੀ ਮਾਂ ਨੂੰ ਕਹਿੰਦਾ, ਅੱਜ ਤੋਂ ਬਾਅਦ ਮੈਂ ਨਹੀਂ ਗੁਰਦੁਆਰੇ ਜਾਣਾਗਾ। ਸੱਚ ਆ, ਜੇ ਲੋਕ ਗੁਰੂ ਘਰਾਂ ਨੂੰ ਟੁੱਟੇ ਆ ਨਾ, ਤੇ ਗੁਰੂ ਘਰਾਂ ਦੀਆਂ ਮਾਫ ਕਰਨਾ ਕਰਤੂਤਾਂ ਦੇਖ ਕੇ ਵੀ ਬਹੁਤ ਟੁੱਟ ਗਏ ਲੋਕ। ਡੇਰੇਦਾਰਾਂ ਨੇ ਇੱਥੋਂ ਲਾਭ ਖੱਟ ਲਿਆ, ਉਹਨਾਂ ਨੇ ਉਹ ਕੰਮ ਬੰਦ ਕਰਕੇ, ਚਲੋ ਭਾਵੇਂ ਪਰਦੇ 'ਚ ਕਰਦੇ ਨੇ, ਪਰ ਉਹਨਾਂ ਨੇ ਉਹ ਗਲਤ ਕੰਮ ਉੱਥੋਂ ਦਿਖਣੋਂ ਹਟਾਤੇ ਤੇ ਆਪਣੇ ਆਪ ਨੂੰ ਪ੍ਰਮੋਟ ਕਰ ਲਿਆ, ਫੇਮਸ ਕਰ ਲਿਆ। ਵੀ ਜਿਹੜੀ ਬਖਸ਼ਿਸ਼ ਗੁਰੂ ਦਰ ਤੇ ਹੋਣੀ ਸੀ ਉਹ ਉਹਨਾਂ ਨੇ ਕਰਨੀ ਸ਼ੁਰੂ ਕਰਤੀ, ਅਗਲੇ ਚੜ ਗਏ। ਹੁਣ ਕੁਛ ਨਹੀਂ ਬਣਦਾਗਾ। ਪਰ ਅਜੇ ਵੀ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਗਿਆਨ ਪ੍ਰਾਪਤ ਕਰਕੇ ਆਪਾਂ ਵਿਖਿਆ ਨਾਲੋਂ, ਜ਼ਹਿਰ ਨਾਲੋਂ, ਗੰਦੇ ਕੰਮਾਂ ਨੂੰ ਆਪਣਾ ਨਾਤਾ ਤੜਵਾ ਸਕਦੇ ਆ। ਚਲੋ ਉਹ ਬੱਚਾ ਜਾ ਕੇ ਘਰੇ ਕਹਿੰਦਾ, ਮਾਂ ਮੈਂ ਨਹੀਂ ਜਾਣਾ ਅੱਜ ਤੋਂ ਬਾਅਦ। ਉਹ ਕਿਤੇ ਵੀ ਆਇਆ, ਚਾਹੇ ਗੁਰਦੁਆਰੇ, ਮੰਦਰ, ਉਹ ਕਹਿੰਦਾ ਮੈਂ ਨਹੀਂ ਜਾਣਾ। ਮਾਂ ਕਹਿੰਦੀ ਕਿਉਂ? ਕਹਿੰਦਾ ਇਸ ਕਰਕੇ ਜਦੋਂ ਮੈਂ ਗਿਆ ਸੀ, ਮੈਂ ਗੁਰੂ ਦੇ ਦਰ ਤੇ ਸ਼ਾਂਤੀ ਲੈਣ ਗਿਆ ਸੀ, ਮੈਂ ਆਨੰਦ ਲੈਣ ਗਿਆ ਸੀ, ਮੈਂ ਉੱਥੇ ਸਕੂਨ ਪ੍ਰਾਪਤ ਕਰਨ ਦੇ ਲਈ, ਪਰ ਮੈਂ ਅੱਗੇ ਪਿੱਛੇ ਮਗਰ ਮੂਹਰੇ ਦੇਖਿਆ ਤੇ ਉੱਥੇ ਤਾਂ ਬੜੇ ਗੰਦੇ ਗਲਤ ਕੰਮ ਹੁੰਦਾ, ਲੜਾਈ, ਕਲੇਸ਼, ਝਗੜਾ, ਬੜਾ ਕੁਛ ਹੋਈ ਜਾਂਦਾ। ਮੈਂ ਮਾਂ ਤੈਨੂੰ ਦੱਸ ਨਹੀਂ ਸਕਦਾ। ਮਾਂ ਵੱਡੀ ਸਿਆਣੀ ਆ। ਹੁਣ ਮਾਂ ਦੀ ਸਿਆਣਪ ਕਿਸ ਗੱਲ ਤੇ ਝਲਕਦੀ ਆ? ਮਾਂ ਕਹਿੰਦੀ ਕੋਈ ਗੱਲ ਨਹੀਂ ਪੁੱਤ, ਆਪਣੇ ਆਸੇ ਪਾਸੇ ਚਾਰ ਚੁਫੇਰੇ ਜਿੱਥੇ ਵੀ ਤੂੰ ਜਾਵੇਂਗਾ ਇਹੀ ਕੁਛ ਆ।
जिथे भी जावेगा ना उत्थे चार चफेरे यही कुछ मिलूगा। किस अदारे च, किसी मर्जी देश च, किसी मर्जी इलाके च वग जा, तैनूं सारा थावां ते यही कुछ मिलूगा। वो कहंदा बच्चा किवें जावेगा? कहंदी कोई ना पुੱਤ, अज बच्चे नूं घर विच रख लिया, दूजे दिन अपने बच्चे नूं एक बर्तन विच गिलास विच पानी दे के दे दिता। वो पानी है जिहड़ा केवल हथेली ते रख दिता, बर्तन भांडा। लै पुੱਤ कहंदी ये पानी जिहड़ा मैं तेरे हाथ ते रखिया ना, इहनूं तू चुक के ले जा ते गुरुद्वारे दे उपर दी मतलब कि जां मंदिर दे आले दुआले दी परिक्रमा करके वापस मुड़ेई। कुछ नहीं करना तैं, बस ये जिहड़ा पानी दिता गा, जिन्ना मैं गिलास विच पानी पा दिता, ये डुलना नहीं चाहिदा। ये मां दी सियाणप आ। गल तां आम जी आ भी भांडे च पानी पाता, बच्चे दी हथेली ते रखता, इनूं डुलण नहीं देणागा, तू उत्तों दी गिड़ा कढ के गुरुद्वारे दे वापस मुड़ेई। गल तां कुछ भी नहीं है, पर सिੱਖਿਆ की आ? हुण बच्चे दा ध्यान सी जिहड़ा ਉਹ केवल पानी ते गिलास ते चला गया भी जे हथ हल गया की होवेगा? भांडे विचों पानी डुल जूगा। वो इन्ना सुचेत रहा, इन्ना अपने आप नूं ने चौकस रखिया, उन्हें हथेली ते रखिया होया मां वल्लों बर्तन आ ना जिहड़ा भांडा पानी दा भरिया होया, वो गेड़ा कत के मुड़िया आ, पर पानी विचों डुलण नहीं दिता गा। देखो जिहड़े काम माड़े पहलां हो रहे सी, वो हुण भी उत्थे हो रहे ने, आसे पासे इधर उधर सज्जे खब्बे हो रहे ना। जदों घर दे विच वापस चला गया, मां ने सब तो पहला अपने पुੱਤ नूं शाबाशी दित्ती। पुੱਤ ने पानी डुलण नहीं दिता, कहंदा नहीं मां डुलण नहीं दिता गा। ते हुण मां की पुछदी आ, पुੱਤ अज उत्थे माड़े काम हुंदे सी, लड़ाई झगड़ा हुंदा सी, गलत काम बंदे फिरदे सी, गलत भैणां फिरदे, जदों इदां दीयां गल्लां पुछीआं ना, वो कहंदा अज मैनूं दिसिआ नहीं, कहंदा कोई ना दिसण दा कारण अज उहदा ध्यान केवल गिलास ते गिलास दे पानी ते सीगा। बस जदों उहने कहता ना अज मैनूं उत्थे कोई नहीं टक्करिया इदां दा, ना मैनूं दिसिआ, जे कोई सीगा तां ओहदे वल मेरा ध्यान नहीं गया। कहंदी पुੱਤ फिर तेरा ध्यान कित्थे सी? कहंदा मां मेरा ध्यान आ गिलास दे पानी ते सी, गिलास ते गिलास दे पानी ते, भी किते डुल ना जावे। बस हुण मां ने हत्थ बन के बेनती कर दित्ती, कहंदी जदों भी हुण गुरु कोले जावेगा ना ते तेरा ध्यान गुरु ते होना चाहिदा, खब्बे सज्जे तू झाक ही ना। बस गल ही खत्म कर दे, खब्बे सज्जे अगे पिछे वेख ही ना, अपना ध्यान गुरु ते ले जा। बस जे आपां इदां दा माहौल वेखीए तां हर थां ये माहौल ने धार्मिक थां भी नहीं छड्डे। ताइयों धार्मिक थावां नूं जो आपां पहलां लफज बोलिया, उदां दे लफज लखारियां ने नाल लिखते भी आ कुछ अज हो रहा गा। पर गुरु साहब जी कहंदे इस विख्या दे विच, इस जहर दे विच बंदा उलझ के रह गया। पर इहदे तो आपां बचना सी। बचना किवें सी? सत संगत विच आके, सत संगत विच सारिआं नूं भैण भाईआं दा रूप देना गा। ओ मेरा भरा, मेरा भैण आ, मेरी बच्ची हैगी छोटी आ, वड्डी उम्र दी है, मेरी मां गी, मेरी चाची ताई जो भी है, आपां वो रिश्ता नाता गंढ सकदे हां, बना सकदे हां। पहले रहाओ दे बंद विच किवें परमेश्वर नूं पाईए, अपने आप नूं इज्जतदार बना के, ते ओ मालक परमात्मा दे नाल जुड़न तो पहलां की करना? सानूं सत संगत दे विच आउणा जरूरी है। दोने रहाओ दे बंदां विचों सानूं समझ आ गई, मेरे मन अगम अगोचर, वो परमात्मा नूं अपने ज्ञान इंद्रे जां कर्म इंद्रियां दी ताकत दे नाल नहीं पाया जा सकदा। इउं कह लो अपनी हिंड दे नाल नहीं पाया जा सकदा। जे आप हिंड करिए ना, आप अपने आप नूं इउं मन्नीए भी मेरे वर्गा तो कोई है नहीं, चलाक चुस्त होशियार बंदा कहंदा ना मेरे वर्गा कोई नहीं है, नहीं उहनूं होशियारी दे नाल नहीं, उहनूं भाव प्रेम दे नाल पाया जा सकदा है। प्रेम दी दात सत संगत विचों कत पाईए पूर्ण परमेश्वर। किवें ओ पूर्ण परमेश्वर नूं पाईए? फिर पाशा जी कहंदे भयो कृपाल साध संग पाया, ओदी कृपा साध संग विच जाके होवेगी, नानक तृप्ते पूरा पाया। इत्थे अगले रहाओ दे बंद विच गल इह कीती सी, नानक तृप्ते भाव नानक कह रहा है वो मालक नाल जुड़ के तू रज जाएगा। रजण तो भाव साडा जिहड़ा ज्ञान इंद्रे ने ना, कर्म इंद्रे ने, ये माड़े कामां तो छुटकारा पा लैणगे। ते माड़े कामां दी बंदे नूं इन्नी को भुख लगी आ, सच जाणिओ जिहड़ी वो भुख आ ना, ओहदा इत्थे जिक्र नहीं कीता जा सकदा। मेरे ख्याल मुताबिक तुसीं सारे सियाणे हो,
अखां गुरु पातशाह ने कहता बेख ना रजियां, बोरंग तमाशे। हुण कदे भी किसी बंदे दी अख आ जिहड़ी वो रजदी नहीं। उदाहरण ले लो, गुरु दी बाणी पढ़नी शुरू कर दो, नींद आउणी शुरू हो जाती है, सुनन लग जो, ध्यान होर पासे चला जांदा गा ते कंन अपना काम करनों हट जांदे नेगे। बाद विच गल पुछ लो भी की बोलिया सी, कहंदा नहीं मेरा ध्यान आ जिहड़ा होर पासे चला गया सी। कन्नां ने पकड़ करनी बंद कर दित्ती। कहण तो भाव कंन गुरु दी बाणी सुनन तो कुछ टाइम दे लई बाहर चले गए, अखां सुरत करके बाहर चलियां गईयां। अच्छा, यही कन्नां नाल गंदे गीत सुनदे होइए, इन्हां अखां दे नाल गंदे नाच वेखदे होइए। माफ करना, ये सच्चा 70-70 साल दे बुजुर्ग ना जिहड़े कहंदे ने, की कहंदे ने जी सानू तां चौंकड़ी मार के बैठना मुश्किल आ, ते किसी सिनेमे च बहा दो ते किसी पैलेस दे विच बहा दो, रीढ़ दी हड्डी बिल्कुल सिद्धी होवेगी। जो वेख रहा, जो सुन रहा गा, वो बाद विच सेम सारा कुछ सुना सकदा। ये बंदे कोले ताकत है। सिद्ध की हो गया भी गंद वेखण तो अखां रजदियां नहीं, माड़ा सुनन तो कंन रजदे नहीं हन। हुण रज कित्थे गए? जदों गुरु कोले आए, गुरु दा दर्शन करदे 5 मिनट बैठे, 10 मिनट बैठे, नींद आउण लग गई, सुनन लग गए, 5-10 मिनट ध्यान दिता, उदों बाद अपना ध्यान उखड़ गया। क्यों उखड़ गया? क्योंकि साडे ते जहर हावी आ। उर्ज रहियो माया कै संगा, मनहे व्यापत अनक तरंगा। साडे अंदर इन्नियां तरंगा, इन्ने ख्याल वग रहे ने भी असीं उलझ के रह गए। वाहिगुरू भली करे, काश कदे असीं गुरु कोले जिन्ना सुचेत होके सिनेमे घर विच बहिने आ ना, जिन्ना सुचेत होके आपां पैलसां दे विच बहिने आ, ते उन्ना सुचेत होके किते गुरु कोले बैठण लग जाइए ना, साडी जिंदगी कोई वो दिन दूर नहीं जिस दिन बदलेगी, ते बदलदियां इक्को ही मिनट लगेगा। इत्थे सज्जन ठग तो भाई सज्जन हुंदियां बस सिर्फ 1-2 घंटियां दी वक्त आ, 1-2 घंटियां दी वक्त आ, ठग तो भाई बन गया, कौडे राक्ष तो भाई कौडा जी बन गए ना, बस थोड़े टाइम दे विच ही। वाहिगुरू भली करे असीं भी किते उन्हां वर्गी विरती बना लईए तां मालक कहंदा तेरे जीवन दे विच भी भाई ओ वाहिगुरू ने अपने आप वरत जाना। बाणी च लिखिआ ना, गुरसिखां अंदर सतगुर वरतै। सतगुर कित्थे वरतदा गा? सत संगत विच। पातशाह ने बाणी विच होर भी लिखिआ ना, चौथे गुरु नानक जिक्र करदे ने, विच संगत हर प्रभ वसै जियो। संगत विच कौन है? वो परमात्मा। ते सत संगत विच आउण दा सानू अज दे प्रश्न दा उत्तर दिता पातशाह ने। की कहंदे ने? भयो कृपाल साध संग पाया, नानक तृप्ते पूरा पाया। पातशाह जी कहंदे फिर नानक तृप्ते तू अंदरों रज जावेगा, भाव तेरियां अखां, कन, जीव, तेरा दिमाग, मन ये भाई माड़े कम्मां तो मुड़ आवेगा। माड़े कम्मां तो मुड़ना ही रजना है। तो फिर ये अज माड़े कम्मां वाल सुचेत सी, उधर नूं ज़्यादा ध्यान दिंदे सी। ते कल नूं जदों मैं गुरु तो गल सुन लैना, फिर मालक ने इहो जिहा मेरे ते असर पाया। हुण मैनूं वो कुछ चंगा नहीं लगदा, हुण मैनूं जो चंगा लगदा वो वाहिगुरू दी गल ही चंगी लगदी है। सच्चे पातशाह की पता मैं अज मर जावां, अद्धे घंटे नूं अद्धा घंटा ही वाला, एक गिट्ठ ते 4 ਉਂਗਲਾਂ तो साह आउंदा गा, की पता अंदर चला गया साह बाहर आवे जां ना आवे। बाबे नानक ने लिखिआ ना, हम आदमी हाँ एक दमी, एक दम दे मालका, की पता वो दम आवे जां ना आवे। अगे पातशाह जी लिखते ने, मोह मगन में रहियो व्यापे। आपो गल कर ली, इत्थे पातशाह ने जिक्र कर दिता, मोह मगन रहियो व्यापे। इन्हां विषय विकारां दे विच असीं व्याप रहे, अपने आप नूं भुगत रहे हाँ। फिर पातशाह जी कहंदे ने, अत तृष्णा कबहू नहीं त्रापै। जिहड़ी अंदर तृष्णा ना अत, ये अगे बहुत लंघी एडवांस होई पई है बेचारी। ये तां 4 साल 10 साल अगे तुरी फिरदी तृष्णा। सच जाणिओ, इदां आपां नूं की पता लगे? बाबा नानक दसदा, कहंदा 5 साल 10 साल अगे फिरदी आ, वो साडी आस तो पता लगदा। आस तो पता लगदा ना। वाहिगुरू भली करे ते सानू आस एक नाम दी पाई जावे, एक नाम दी किरण, नाम दी भाव लाग सानू लग जावे। फिर पातशाह जी कहंदे ने, बसे क्रोध शरीर चंडारा। इस शरीर दे अंदर क्रोध वर्गे चंडाल वसदे ने। माफ करना, एक गल ध्यान विच रखियो,
ਜਿਹੜੇ ਵਿਸ਼ੇ ਵਿਕਾਰ ਆ ਨਾ, 5 ਵਿਸ਼ੇ ਮੰਨ ਲਓ, 5 ਗੁਣ 5 ਔਗਣ। ਗੁਣਾਂ ਦੀ ਦਾਤ ਵੀ ਉਹ ਪਰਮਾਤਮਾ ਦੀ ਆ ਤੇ ਔਗਣਾਂ ਦੀ ਦਾਤ ਵੀ ਉਹ ਪਰਮਾਤਮਾ ਦੀ ਆ। ਹੁਣ ਆਪਾਂ ਨੂੰ ਸਾਰਿਆਂ ਨੂੰ ਮਨਾ ਕੀਤਾ ਨਾ, ਸਾਡੀ ਬਕਾਇਦਾ ਰਹਿਤ ਮਰਜ਼ਾਦਾ ਵਿੱਚ ਲਿਖਿਆ ਤੰਬਾਕੂ ਸੇਵਨ ਕਰਨ ਵਾਲੇ ਤੋਂ ਦੂਰ ਰਹਿਣਾ, ਉਹਦੇ ਨਾਲ ਹੱਥ ਤੱਕ ਵੀ ਨਹੀਂ ਮਿਲਾਉਣਾ। ਵੈਸੇ ਗੁਰੂ ਨੇ ਤਾਂ ਬਹੁਤ ਲੰਬਾ ਟਾਈਮ ਪਹਿਲਾਂ ਕਿਹਾ ਵੀ ਜੇ ਬੁਲਾਉਣਾ ਤਾਂ ਇੱਕ ਦੂਜੇ ਨੂੰ ਫਤਿਹ ਬੁਲਾਉਣੀ ਆ, ਹੱਥ ਨਹੀਂ ਮਿਲਾਉਣੇ, ਗਲ ਵਕੜੀ ਨਹੀਂ ਪਾਉਣੀ। ਚਲੋ ਇੱਕ ਨਿਯਮ ਸੀ ਬਾਬੇ ਨਾਨਕ ਦਾ, ਉਹਨੇ ਸਮਝਾ ਦਿੱਤਾ ਤੇ ਡਾਕਟਰਾਂ ਨੇ ਅੱਜ ਮਨਾ ਹੀ ਕਰਤਾ। ਹਰੇਕ ਥਾਂ ਤੇ ਲਿਖਿਆ ਪਿਆ ਫਤਿਹ ਬੁਲਾਓ, ਹੱਥ ਨਾ ਮਿਲਾਓ। ਅੱਜ ਡਾਕਟਰ ਕਹਿੰਦੇ ਆ ਨਾ, ਬਾਬਾ ਨਾਨਕ ਕਿੱਡਾ ਵੱਡਾ ਡਾਕਟਰ ਜਿਹੜਾ ਪਹਿਲਾਂ ਹੀ ਕਹਿ ਗਿਆ। ਚਲੋ ਜਗਤ ਝੂਠ ਮੰਨਿਆਗਾ ਕਿਹਨੂੰ? ਤੰਬਾਕੂ ਨੂੰ। ਬੜੀ ਗੰਦੀ ਮਤਲਬ ਕਿ ਬੂਟੀ ਆ। ਅਗਲੀ ਗੱਲ ਆ, ਹੁਣ ਉਹ ਬੂਟੀ ਪੈਦਾ ਕਿਹਨੇ ਕੀਤੀ ਆ? ਉਹ ਬੂਟੀ, ਉਹ ਬੂਟਾ ਕਿਹਨੇ ਪੈਦਾ ਕੀਤਾਗਾ? ਪਰਮਾਤਮਾ ਨੇ। ਤੰਬਾਕੂ ਦਾ ਬੂਟਾ ਬੰਦੇ ਨੇ ਤਾਂ ਪੈਦਾ ਨਹੀਂ ਕੀਤਾਗਾ। ਚਲੋ ਜੇ ਕਿਤੇ ਤੰਬਾਕੂ ਦੀ ਖੇਤੀ ਵੀ ਹੁੰਦੀ ਆ ਤਾਂ ਬੰਦੇ ਨੇ ਆਪਣੇ ਮੁਨਾਫੇ ਦੇ ਲਈ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਪੈਸਿਆਂ ਦੇ ਲਈ ਕਰਨੀ ਸ਼ੁਰੂ ਕਰਤੀ। ਚਲੋ ਉਹ ਉਹਨਾਂ ਦਾ ਅਲੱਗ ਵਿਸ਼ਾ। ਮਾਸ, ਮਿੱਟੀ, ਸ਼ਰਾਬ ਬਹੁਤ ਮਾੜਾ ਗਾ। ਆਪਾਂ ਸਾਰੇ ਕਹਿੰਦੇ ਆ ਜੇ ਕਿਸੇ ਨੇ ਦੁਕਾਨ ਪਾਈ ਹੈ ਤਾਂ ਆਪਣੇ ਪਰਿਵਾਰ ਕਰਕੇ ਪਾਈ ਹੈ, ਸਾਡਾ ਉਹਦੇ ਨਾਲ ਮਤਲਬ ਨਹੀਂ ਹੈ। ਮਤਲਬ ਕਿਸ ਗੱਲ ਨਾਲ ਆ ਵੀ ਇੱਕ ਬੰਨੇ ਚੰਦਨ ਦਾ ਬੂਟਾ ਤੇ ਇੱਕ ਬੰਨੇ ਅਰਿੰਡ ਦਾ ਬੂਟਾ ਗਾ। ਇੱਕ ਬੰਨੇ ਚੰਦਨ, ਇੱਕ ਬੰਨੇ ਅਰਿੰਡ ਹੈ ਤੇ ਅਰਿੰਡ ਕੁੜੱਤਣਦਾਰ ਹੈ, ਚੰਦਨ ਖੁਸ਼ਬੂਦਾਰ ਹੈ। ਇੱਕ ਬੰਨੇ ਅੰਬ ਹੈ ਤੇ ਇੱਕ ਬੰਨੇ ਅੱਕ ਹੈ। ਅੱਕ ਤੇ ਵੀ ਅੰਬ ਵਰਗੀਆਂ ਕੁਕੜੀਆਂ ਲੱਗਦੀਆਂ ਨੇ। ਅੱਕ ਦੀ ਪਹਿਚਾਣ ਅਸੀਂ ਘੱਟ ਕਰਦੇ ਹਾਂ, ਅੱਕ ਦੇ ਨਜ਼ਦੀਕ ਘੱਟ ਜਾਂਦੇ ਆ ਤੇ ਅੰਬ ਦੇ ਨੇੜੇ ਜ਼ਿਆਦਾ ਜਾਂਦੇ ਆ। ਅੰਬ ਕਿਹਨੇ ਪੈਦਾ ਕੀਤਾ? ਰੱਬ ਜੀ ਨੇ। ਤੇ ਅੱਕ ਕਿਹਨੇ ਪੈਦਾ ਕੀਤਾ? ਰੱਬ ਜੀ ਨੇ। ਗੁਣ ਕਿਹਨੇ ਪੈਦਾ ਕਰਨੇ ਨੇ? ਰੱਬ ਜੀ ਨੇ। ਤੇ ਔਗਣ ਕਿਹਨੇ ਪੈਦਾ ਕਰਨੇ ਨੇ? ਗੁਣਾਂ ਨੂੰ ਭਾਵ ਬਦਲ ਕੇ ਉੱਥੇ ਔਗਣ ਪੈਦਾ ਕਰਨ ਵਾਲਾ ਵੀ ਪਰਮਾਤਮਾ ਹੀ ਆ। ਜੇ ਕਾਮ ਵਾਸ਼ਨਾ ਪੈਦਾ ਕੀਤੀ ਤਾਂ ਪਰਮਾਤਮਾ ਨੇ ਕੀਤੀ ਆ, ਪਰ ਉਹਨੂੰ ਮਾੜਾ ਵੀ ਬੜਾ ਕਿਹਾਗਾ। ਪੈਦਾ ਕਰਨ ਤੋਂ ਬਾਅਦ ਸਿੱਧ ਹੋ ਗਿਆ ਵੀ ਇਹ ਬੂਟੀ ਨੂੰ ਹੱਥ ਨਹੀਂ ਲਾਉਣਾ, ਇਹ ਬੂਟੀ ਦਾ ਨੁਕਸਾਨ ਹੈ। ਕੋਈ ਵੀ ਕਿਸੇ ਤਰ੍ਹਾਂ ਦਾ ਗੰਦਾ ਪਦਾਰਥ ਆ, ਉਹ ਤੋਂ ਵਾਹਿਗੁਰੂ ਜੀ ਨੇ ਸਾਨੂੰ ਵਰਜਤਾ, ਪੁੱਤ ਤੂੰ ਦੇਖ ਕੇ ਚੱਲ ਇਹ ਬੜੀਆਂ ਗੰਦੀਆਂ ਬੂਟੀਆਂ ਨੇ, ਇਹਨਾਂ ਤੋਂ ਤੂੰ ਦੂਰੀ ਬਣਾ ਕੇ ਰੱਖ। ਹੁਣ ਸਾਕਤ ਬੰਦੇ ਨੇ, ਉਹ ਕਿਹਨੇ ਪੈਦਾ ਕੀਤੇ ਨੇ? ਰੱਬ ਜੀ ਨੇ। ਤੇ ਉਹਨਾਂ ਤੋਂ ਦੂਰ ਰਹਿਣ ਦੇ ਲਈ ਕਿਹਨੇ ਕਿਹਾ? ਰੱਬ ਜੀ ਨੇ। ਬਸ ਇਸ ਗੱਲ ਨੂੰ ਸਮਝ ਗਏ। ਜੇ ਆਪਾਂ ਨਿਰਾਪੁਰਾ ਇੱਕ ਗੱਲ ਤੇ ਦੋਸ਼ ਦਈਏ ਉਹ ਵੀ ਸਾਡੀ ਗੱਲ ਗਲਤ ਆ ਗਈ, ਪਰ ਗੁਰੂ ਦੀ ਗੱਲ ਸੁਣ ਕੇ ਆਪਾਂ ਸਮਝਣੀ ਆ। ਪਾਤਸ਼ਾਹ ਨੇ ਦੂਰੀ ਬਣਾ ਕੇ ਰਹਿਣ ਦੀ ਗੱਲ ਕੀਤੀ ਆ। ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਵਾਸਨ ਕਾਰੋ ਪਰਸ਼ੀਏ, ਤਉ ਕਛ ਲਾਗੈ ਦਾਗ। ਸਾਕਤਾਂ ਦੀ ਸੰਗ ਨਾ ਕਰੀ, ਕਿਉਂਕਿ ਉਹ ਆਪ ਦਾਗੀ ਨੇ, ਤੈਨੂੰ ਵੀ ਦਾਗੀ ਕਰ ਦੇਣਗੇ। ਬਸ ਗੱਲ ਇੰਨੀ ਹੀ ਆ। ਇੱਥੇ ਗੁਰੂ ਸਾਹਿਬ ਜੀ ਜ਼ਿਕਰ ਕੀ ਕਰਦੇ ਨੇ? ਕਹਿੰਦੇ ਐ ਮੇਰੇ ਮਿੱਤਰ ਪਿਆਰੇ, ਮੇਰੇ ਭਰਾ ਜੀ, ਤੈਨੂੰ ਮੈਂ ਇੱਕ ਬੇਨਤੀ ਕਰਦਾ। ਬੇਨਤੀ ਇਹੀ ਆ ਕਿ ਉਹ ਜਿਹੜਾ ਕ੍ਰੋਧ ਚੰਡਾਰ ਆ ਨਾ, ਕਾਮ ਵਾਸ਼ਨਾਵਾਂ ਨੇ, ਵਿਸ਼ੇ ਵਿਕਾਰ ਨੇ, ਇਹਨਾਂ ਤੋਂ ਬਚ ਕੇ ਰਹਿ। ਇੱਥੇ ਕ੍ਰੋਧ ਨੂੰ ਜਿਹੜੀ ਗੱਲ ਆਪਾਂ ਕਹਿੰਦੇ ਸੀ, ਪੰਜਵੇਂ ਪਾਤਸ਼ਾਹ ਨੇ ਚੰਡਾਲ ਲਿਖਿਆ ਵੀ ਖੜਾ ਬੜਾ ਹੀ ਖਤਰਨਾਕ ਹੈਗਾ। ਚੰਡਾਲ ਦਾ ਸੁਭਾਅ ਆਪਾਂ ਕਹਿੰਦੇ ਚੰਡਾਲਾਂ ਵਰਗਾ ਯਾਰ ਫਲਾਨਾ ਤਾਂ, ਆਪਾਂ ਨੂੰ ਪਤਾ ਨਾ ਵੀ ਉਹਦਾ ਸੁਭਾਅ ਕਿਹੋ ਜਿਹਾ। ਗੰਦਾ ਵੈੜਾ ਸੁਭਾਅ ਗਾ, ਤਰਸ ਨਹੀਂ ਕਰਦਾ ਗਾ, ਬੇਤਰਸਾ ਉਹਦਾ ਜੀਵਨ ਹੈਗਾ। ਤੇ ਕ੍ਰੋਧ ਜਦੋਂ ਬੰਦੇ ਨੂੰ ਆ ਜਾਂਦਾ, ਕ੍ਰੋਧ ਕਦੇ ਮਾਂ ਤੇ ਤਰਸ ਨਹੀਂ ਕਰਦਾ, ਮਾਂ ਨੂੰ ਵੀ ਅਵਾ ਤਵਾ ਬੁਲਾ ਜਾਂਦਾ, ਥੱਪੜ ਵੀ ਮਰਵਾ ਜਾਂਦਾ ਗਾ। ਕ੍ਰੋਧ ਕਰਕੇ ਹੈ ਨਾ, ਤਾਈਓ ਬਾਬੇ ਨਾਨਕ ਨੇ ਚੰਡਾਲ ਲਿਖਿਆ। ਚੰਡਾਲ, ਚੰਡਾਲ ਤਰਸ ਨਹੀਂ ਕਰਦਾ। ਜਿਹੜਾ ਕ੍ਰੋਧੀ ਬੰਦਾ ਉਹ ਵੀ ਕਿਸੇ ਤਰਸ ਨਹੀਂ ਕਰਦਾ। ਚਾਹੇ ਉਹਦੇ ਸਾਹਮਣੇ ਭੈਣ ਆਵੇ, ਭਰਾ ਆਵੇ, ਮਾਂ ਆਵੇ, ਬਾਪ ਆਵੇ, ਦਾਦਾ ਦਾਦੀ, ਜੋ ਮਰਜੀ ਆਉਣ, ਉਹ ਤਰਸ ਨਹੀਂ ਮੰਨਦਾਗਾ। ਚਲੋ ਮੰਨ ਲਓ ਕ੍ਰੋਧੀ ਬੰਦੇ ਅੱਗੇ ਤਾਂ ਗੁਰੂ ਵੀ ਕੁਛ ਵੀ ਨਹੀਂ, ਮਾਫ ਕਰਨਾ, ਗੁਰੂ ਸਭ ਕੁਛ ਆ, ਪਰ ਉਹਦੇ ਅੱਗੇ ਇਹ ਵੀ ਕੁਛ ਨਹੀਂ। ਕੀ ਕਹਿੰਦਾ? ਉਹੀ ਭੌਂਕੀ ਜਾਂਦੇ ਨੇ, ਕਹਿੰਦਾ ਬਥੇਰੀ ਬਾਣੀ ਕਹਿੰਦਾ ਪੜ੍ਹੀ ਆ। ਉਹ ਕ੍ਰੋਧੀ ਬੋਲਦਾ। ਕ੍ਰੋਧੀ ਇੱਥੋਂ ਤੱਕ ਤੇਰੇ ਵਰਗੇ ਬਾਪ ਬਥੇਰੇ ਵੇਖੇ ਨੇ, ਮੈਂ ਕੰਨਾਂ ਨਾਲ ਸੁਣੇ ਨੇ। ਕ੍ਰੋਧੀ ਬੰਦਾ ਕਹਿੰਦਾ ਹੈਗਾ। ਹੁਣ ਸਿੱਧ ਕੀ ਹੋ ਗਿਆ? ਇਸ ਕਰਕੇ ਕ੍ਰੋਧ ਵਿੱਚ ਆਇਆ ਹੋਇਆ ਬੰਦਾ ਗਲਤੀਆਂ ਇੰਨੀਆਂ ਕੋ ਕਰਦਾ, ਉਹ ਤਰਸ ਨਹੀਂ ਕਰਦਾ। ਗਲਤੀਆਂ ਕਰਦਾ, ਤਰਸ ਨਹੀਂ ਕਰਦਾ। ਇਸ ਕਰਕੇ ਕ੍ਰੋਧ ਨੂੰ ਚੰਡਾਲ ਲਿਖਿਆ ਹੈਗਾ। ਕ੍ਰੋਧ ਨਾਲ ਦੁਸ਼ਮਣੀ ਕੋਈ ਨਹੀਂ ਪੰਜਵੇਂ ਪਾਤਸ਼ਾਹ ਦੀ। ਕ੍ਰੋਧ ਨਾਲ ਪੰਜਵੇਂ ਪਾਤਸ਼ਾਹ ਦਾ ਬੈਰ ਕੋਈ ਨਹੀਂ, ਪਰ ਕ੍ਰੋਧ ਵਿੱਚ ਆਇਆ ਹੋਇਆ ਵਿਅਕਤੀ ਫੈਸਲੇ ਗਲਤ ਲੈਂਦਾ। ਕ੍ਰੋਧੀ ਬੰਦੇ ਨੇ ਫੈਸਲਾ ਕੀ ਲੈਤਾ? ਸਪਰੇਅ ਪੀ ਤੇ ਮਰ ਜਾ, ਫਾਹਾ ਲੈ ਲਾ ਮਰ ਜਾ, ਨਹਿਰ ਸਾਲ ਮਾਰ ਡੁੱਬ ਕੇ ਮਰ ਜਾ। ਕ੍ਰੋਧੀ ਬੰਦੇ ਨੇ ਅੱਛਾ ਜੇ ਕਦੇ ਬਚ ਵੀ ਜਾਵੇ, ਉਹ ਚਲੋ ਮੰਨ ਲਓ ਹੀਲਾ ਵਸੀਲਾ ਕੋਈ ਬਣ ਗਿਆ, ਵਾਹਿਗੁਰੂ ਦਾ ਕੋਈ ਕਾਰਨ ਬਣ ਗਿਆ, ਜਿਹੜੇ ਨੇ ਅਜਿਹਾ ਕੰਮ ਆਰੰਭ ਕੀਤਾ ਉਹ ਬਚ ਗਿਆ, ਬਾਅਦ ਵਿੱਚ ਪਛਤਾਉਂਦਾ ਬਹੁਤ ਆ।
ਪਛਤਾਉਂਦਾ ਨਾ ਕਿਉਂ? ਕਹਿੰਦਾ ਯਾਰ ਮਾੜੀ ਜੀ ਗਲਤੀ, ਬਸ ਕ੍ਰੋਧ, ਥੋੜਾ ਜਿਹਾ ਗੁੱਸਾ ਚੜਿਆ, ਐ ਹੋ ਗਿਆ। ਥੋੜਾ ਜਿਹਾ ਨਹੀਂ ਗੁੱਸਾ ਚੜਿਆ, ਗੁਰੂ ਨੇ ਤੁਹਾਨੂੰ ਕ੍ਰੋਧ ਨੂੰ ਚੰਡਾਲ ਲਿਖਿਆ ਭਾਈ। ਚੰਡਾਲ ਕਿਉਂ? ਇਹ ਤਰਸ ਨਹੀਂ ਕਰਦਾ। ਚਲੋ ਮਾਂ ਪਿਓ ਭੈਣ ਭਾਈਆਂ ਤਰਸ ਕੀ ਕਰਨਾ, ਕ੍ਰੋਧ ਤਾਂ ਆਪਣੇ ਆਪ ਤੇ ਵੀ ਤਰਸ ਨਹੀਂ ਕਰਨ ਦਿੰਦਾ ਹੈਗਾ। ਤੇ ਜੇ ਬੰਦਾ ਗੁਰੂ ਕੋਲੇ ਆਉਂਦਾ ਹੋਵੇ, ਕ੍ਰੋਧ ਦੀ ਬਿਮਾਰੀ ਤੋਂ ਬਚਿਆ ਹੋਵੇ, ਫਿਰ ਬੰਦਾ ਸਭ ਤੋਂ ਪਹਿਲਾਂ ਤਾਂ ਆਪਣੇ ਸਰੀਰ ਤੇ ਤਰਸ ਕਰੂਗਾ, ਫਿਰ ਆਪਣੇ ਬੱਚਿਆਂ ਤੇ, ਆਪਣੇ ਮਾਤਾ ਪਿਤਾ ਤੇ, ਆਪਣੇ ਪਰਿਵਾਰ ਤੇ। ਠੀਕ ਹੈ ਨਾ? ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਬਸੇ ਕ੍ਰੋਧ ਸਰੀਰ ਚੰਡਾਰਾ, ਅਗਿਆਨ ਨਾ ਸੂਝੇ। ਸਾਡੇ ਅੰਦਰ ਇੰਨਾ ਕੁ ਅਗਿਆਨ ਹੈ, ਅਗਿਆਨ ਦੇ ਵਿੱਚ ਫਸਿਆ ਸਾਨੂੰ ਕੁਝ ਵੀ ਨਹੀਂ ਸੁਝਦਾ। ਅਗਿਆਨ ਨਾ ਸੂਝੈ ਮਹਾਂ ਗਵਾਰਾ। ਅਗਿਆਨ ਦੇ ਵਿੱਚ ਫਸਿਆ ਹੋਇਆ ਬੰਦਾ ਘੁੱਪ ਹਨੇਰੇ ਦੇ ਵਿੱਚ ਦਿਨ ਰਾਤ ਠੋਕਰਾਂ ਖਾ ਰਿਹਾ ਹੈਗਾ। ਉਹਨੂੰ ਪਤਾ ਹੀ ਨਹੀਂ ਲੱਗਿਆਗਾ ਮੈਂ ਆਪਣਾ ਸਰੀਰ ਮਨੁੱਖਾ ਦੇ, ਇੰਨੀ ਮਹਿੰਗੀ ਦੇਹ ਸੀ, ਐਡਾ ਮਹਿੰਗਾ ਭਾਵ ਜੀਵਨ ਸੀ, ਇਹਨੂੰ ਮੈਂ ਭੋ ਦੇ ਭਾਅ ਵੇਚ ਦਿੱਤਾ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਹਿੰਦੇ ਨਾ ਇੱਕ ਮਸ਼ੇਰਾ ਗਾ, ਕਹਿੰਦੇ ਨਦੀ ਦੇ ਕਿਨਾਰੇ ਤੁਰਿਆ ਜਾਂਦਾ ਗਾ, ਦਿਨ ਚੜ੍ਹਨ ਤੋਂ ਪਹਿਲਾਂ, ਅਜੇ ਸੂਰਜ ਨਹੀਂ ਚੜ੍ਹਿਆ, ਦਿਨ ਨਹੀਂ ਚੜ੍ਹਿਆ, ਅਜੇ ਦਿਸਦਾ ਕੁਝ ਨਹੀਂ। ਆਪਣੀ ਆਮ ਹੀ ਆਦਤ, ਜਿਹੜੇ ਕੰਮ ਦੇ ਲਾਗੂ ਬੰਦੇ ਹੁੰਦੇ, ਸਦਿਆਂ ਸੁਬਾਹ ਆਪਣੇ ਘਰੋਂ ਤੁਰ ਪੈਂਦੇ ਨੇ ਵੀ ਚਲੋ ਆਪਣੇ ਕੰਮ ਤੇ ਦਿਨ ਚੜ੍ਹਨ ਤੋਂ ਪਹਿਲਾਂ ਪਹੁੰਚ ਜਾਾਂਗੇ। ਜਦੋਂ ਦਿਨ ਚੜ੍ਹ ਗਿਆ ਨਾਲ ਦੀ ਨਾਲ ਕੰਮ ਤੇ ਲੱਗ ਜਾਾਂਗੇ। ਸੋਚਦਾ ਵੀ ਚਲੋ ਦਿਨ ਚੜ੍ਹਨ ਦੇ ਨਾਲ ਮੱਛੀਆਂ ਫੜਨੀਆਂ ਸ਼ੁਰੂ ਕਰ ਦੇਵਾਂਗੇ, ਜੋ ਰੋਜ਼ ਦਾ ਕੰਮ ਆ। ਕਹਿੰਦੇ ਇੱਕ ਥੈਲੇ ਦੇ ਵਿੱਚ ਠੇਡਾ ਵੱਜਿਆ, ਉਹਨੇ ਚੁੱਕ ਲਿਆ ਵੀ ਚਲੋ ਥੈਲਾ ਗਾ, ਕਿਸੇ ਦਾ ਡਿੱਗਿਆ ਹੋਊਗਾ। ਹਲਿਆ ਕੇ ਦੇਖਿਆ, ਵਿੱਚੋਂ ਰੋੜਾ ਵਾਂਗੂ ਆਵਾਜ਼ ਆਈ ਖੜਕ ਕੇ। ਕਹਿੰਦੇ ਉਹਨੇ ਕੀ ਕੀਤਾ, ਆਪਣੇ ਟਿਕਾਣੇ ਤੇ ਪਹੁੰਚ ਗਿਆ ਨਦੀ ਦੇ ਕਿਨਾਰੇ। ਕੰਮ ਕੋਈ ਅਜੇ ਹੈ ਨਹੀਂ, ਦਿਨ ਅਜੇ ਚੜਿਆ ਨਹੀਂ। ਉਹ ਜਿਹੜਾ ਥੈਲਾ ਰੋੜਿਆਂ ਵਾਲਾ ਨਾ, ਉਹਦੇ ਵਿੱਚੋਂ ਇੱਕ ਇੱਕ ਕੰਕਰ ਕੱਢ ਕੇ, ਰੋੜਾ ਕੱਢ ਕੇ ਨਦੀ ਵਿੱਚ ਸੁੱਟਣਾ ਸ਼ੁਰੂ ਕਰਤਾ। ਜਦੋਂ ਨਦੀ ਵਿੱਚ ਵਗਦੀ, ਨਦੀ ਵਿੱਚ ਨਾ ਰੋੜਾ ਡਿੱਗਿਆ ਕਰੇ, ਉਹਦੇ ਚੋਂ ਧੁਨ ਜਿਹੜੀ ਆਵਾਜ਼ ਆ, ਉਹ ਨਿਵੇਕਲੀ ਜੀ ਪੈਦਾ ਹੋ ਗਈ। ਹੁਣ ਉਹ ਧੁਨ ਚ ਲੱਗ ਗਿਆ, ਉਹਦਾ ਕੰਨ ਨਾ ਉਹ ਧੁਨ ਚ ਲੱਗ ਗਿਆ। ਤੇ ਹੁਣ ਧੁਨ ਦੇ ਵਿੱਚ ਕੰਨ ਲੱਗਿਆ, ਦੂਜਾ ਰੋੜਾ ਸਿੱਟਤਾ, ਉਹਨੂੰ ਹੋਰ ਸੋਹਣਾ ਲੱਗਿਆ, ਤੀਜਾ ਸਿੱਟਤਾ, ਹੋਰ ਸਿੱਟਤਾ। ਕਈ ਵਾਰ ਛੱਪੜਾਂ ਦੇ ਕਿਨਾਰਿਆਂ ਤੇ, ਸੂਆਂ ਦੇ ਕਿਨਾਰਿਆਂ ਤੇ ਬੱਚਿਆਂ ਦਾ ਸੁਭਾਅ ਹੁੰਦਾ, ਵਿੱਚ ਰੋੜੀਆਂ ਸੁੱਟੀ ਜਾਂਦੇ ਨੇ। ਵਿੱਚੋਂ ਨਿਕਲਦੀ ਤਰੰਗ, ਉੱਠਦੀ ਹੋਈ ਭਾਵ ਇੱਕ ਡੁਬਕੀ, ਉਹ ਬੱਚੇ ਨੂੰ ਬੜੀ ਚੰਗੀ ਲੱਗਦੀ ਹੈ। ਮਾਂ ਬਾਪ ਤਾਂ ਕਹਿੰਦੇ ਨੇ ਡੁੱਬ ਜਾਏਗਾ, ਇੱਧਰ ਹੋ ਜਾ, ਪਰ ਉਹਨੂੰ ਚੰਗੀ ਲੱਗਦੇ ਨੇ। ਐਵੇਂ ਮਛੇਰੇ ਨੇ ਕੰਮ ਸ਼ੁਰੂ ਕਰਤਾ। ਚਲੋ ਉਹ ਰੋੜਾ ਕੱਲਾ ਕੱਲਾ ਸੁੱਟਦਾ ਗਿਆ, ਥੈਲਾ ਵਿਹਲਾ ਹੁੰਦਾ ਗਿਆ। ਆਖਰ ਇੱਕ ਰੋੜਾ ਬਚ ਗਿਆ ਤੇ ਉਧਰੋਂ ਦਿਨ ਵੀ ਚੜ ਗਿਆ। ਸੂਰਜ ਚੜ੍ਹਨ ਦੇ ਨਾਲ, ਪੌ ਫਟਾਲੇ ਦੇ ਨਾਲ, ਜਦੋਂ ਉਹ ਰੋੜੇ ਤੇ ਕਿਰਨ ਪਈ, ਹੱਥ ਵਿੱਚ ਪਿਆ ਹੋਇਆ ਰੋੜਾ, ਉਹ ਰੋੜਾ ਚਮਕਿਆ। ਕਾਸ਼ ਕਹਿੰਦਾ ਮੇਰੇ ਹੱਥ ਵਿੱਚ ਸੀ ਤਾਂ ਰੋੜਾ, ਇੰਨਾ ਚਮਕਿਆ ਕਿਉਂ? ਚਲੋ ਰੱਖ ਲਿਆ, ਬਚਾ ਲਿਆ। ਥੋੜਾ ਜਿਹਾ ਹੋਰ ਸੂਰਜ ਚੜਿਆ, ਪਰਖ ਕੇ ਵੇਖਿਆ, ਉਹ ਕਮਲਿਆ। ਕਹਿੰਦਾ ਇਹ ਤਾਂ ਇਉਂ ਲੱਗਦਾ ਕੋਈ ਚਮਕਦਾਰ ਪੱਥਰ, ਸੁਣਿਆ ਵੀ ਹੀਰਾ ਇਹੋ ਜਿਹਾ ਹੁੰਦਾ, ਹੀਰਾ ਲੱਗਦਾ ਤਾਂ। ਜਦੋਂ ਦੇਖਿਆ ਨਾ ਵੀ ਹੀਰਾ ਲੱਗਦਾ, ਆਪਣੇ ਮਿੱਤਰ ਨੂੰ ਦਿਖਾ, ਦੇਗਾ ਕੀ ਆ? ਕਹਿੰਦਾ ਤਾਂ ਹੀਰਾ ਗਾ, ਤੈਨੂੰ ਕਿੱਥੋਂ ਮਿਲਿਆ? ਉਹ ਕਹਿੰਦਾ ਮੈਨੂੰ ਹੀਰਾ ਨਹੀਂ ਮਿਲਿਆ, ਮੈਨੂੰ ਹੀਰਿਆਂ ਦਾ ਥੈਲਾ ਮਿਲਿਆ ਸੀ, ਪਰ ਮੈਂ ਰੋੜਿਆਂ ਦੇ ਰੂਪ 'ਚ ਸਾਰੇ ਮਤਲਬ 2-4 ਘੰਟੇ ਜੋ ਮੇਰੇ ਕੋਲੇ ਸੀ ਨਾ, ਦਿਨ ਚੜ੍ਹਨ ਤੋਂ ਪਹਿਲਾਂ ਉਹ ਰਾਤ ਭਰ ਮੈਂ ਨਦੀ ਵਿੱਚ ਸੁੱਟਦਾ ਰਿਹਾ। ਨਦੀ 'ਚੋਂ ਪਾਣੀ ਦੀ ਆਵਾਜ਼, ਡੁਬਕੀ ਦੀ ਆਵਾਜ਼, ਉਹ ਧੁਨ ਦੇ ਵਿੱਚ ਲੱਗਿਆ ਰਿਹਾ। ਸੁਬਾਹ ਤੱਕ ਹੁੰਦਿਆਂ ਮੇਰੇ ਕੋਲੇ ਇੱਕੋ ਹੀ ਬਚਿਆ। ਉਹ ਕਹਿੰਦਾ ਚੰਗਾ ਹੋ ਗਿਆ ਇੱਕ ਬਚ ਗਿਆ, ਤੇ ਨਹੀਂ ਤੂੰ ਇਹ ਵੀ ਗਵਾ ਬੈਂਦਾ ਜੇ ਅਜੇ ਸੂਰਜ ਨਾ ਚੜ੍ਹਦਾ। ਤੇ ਹੁਣ ਹੱਥ ਵਿੱਚ ਇੱਕ ਹੀਰਾ ਗਾ। ਇੱਕ ਹੀਰੇ ਨੂੰ ਦੇਖ ਕੇ ਖੁਸ਼ੀ ਤਾਂ ਬਹੁਤ ਹੈ, ਪਰ ਜਿੰਨੇ ਹੀਰੇ ਹੁਣ ਤੱਕ ਸੁੱਟਦੇ, ਉਹਨਾਂ ਦਾ ਪਛਤਾਵਾ ਉਦੋਂ 4 ਗੁਣਾ ਵੱਧ ਹੈ। ਸ਼ਾਇਦ ਇਦਾਂ ਦੀ ਜ਼ਿੰਦਗੀ ਸਾਡੀ ਆ। ਮਾਨਸ ਜਨਮ ਦੁਲੰਭ, ਗੁਰਮੁਖ ਪਾਇਆ ਨਾ, ਮਨ ਤਨ ਹੋਏ ਚੁਲੰਭ, ਜੇ ਸਤਿਗੁਰ ਪਾਇਆ। ਕਬੀਰ ਸਾਹਿਬ ਕੀ ਕਹਿੰਦੇ ਨੇ? ਕਬੀਰ ਸਾਹਿਬ ਕਹਿੰਦੇ ਨਾ, ਇਹ ਮਨੁੱਖਾ ਦੇ ਬੜੀ ਮਹਿੰਗੀ ਹੈ। ਕਿੰਨੀ ਕੋ ਮਹਿੰਗੀ ਹੈ, ਇਹਦਾ ਮੁੱਲ ਕੋਈ ਨਹੀਂ ਹੈ। ਮਾਨਸ ਜਨਮ ਦੁਲੰਭ, ਬੜੀ ਕੀਮਤੀ ਹੈ। ਕਬੀਰ ਸਾਹਿਬ ਜੀ ਕਹਿੰਦੇ ਇਹ ਮਾਨਸ ਜਨਮ ਮਨ ਜਿਹੜਾ, ਇਹ ਬੜਾ ਦੁਲੰਭ ਹੈ, ਇਹ ਤੈਨੂੰ ਦੁਬਾਰਾ ਨਹੀਂ ਮਿਲਣਾ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਫਲ ਵਨ ਪਾਕੇ ਭੋਏ ਗਰੇ, ਬਹੁਰ ਨਾ ਲਾਗੇ ਡਰ। ਜਿਵੇਂ ਫਲ ਬਣ ਦੇ ਨਾਲ, ਦਰਖਤ ਦੇ ਨਾਲ ਲੱਗਿਆ ਨਾ, ਉਹ ਇੱਕ ਵਾਰੀ ਡਿੱਗ ਪਿਆ, ਦੁਬਾਰਾ ਨਾਲ ਨਹੀਂ ਜੁੜਦਾ। ਇਵੇਂ ਜਿਵੇਂ ਮਨੁੱਖਾ ਜੀਵਨ ਹੱਥੋਂ ਨਿਕਲ ਗਿਆ, ਪਾਤਸ਼ਾਹ ਕਹਿੰਦੇ ਦੁਬਾਰਾ ਤੈਨੂੰ ਸ਼ਾਇਦ ਨਾ ਮਿਲੇ।
ਇਹਦੀ ਕਦਰ ਕਰ। ਜਿੰਨੇ ਸਵਾਸ ਨੇ ਉਹ ਰੋੜਿਆਂ ਦੇ ਵਾਂਗ ਨਦੀ ਵਿੱਚ ਸੁੱਟ ਕੇ ਗਵਾ ਨਾ, ਤੇ ਉਹਨਾਂ ਸਵਾਸਾਂ ਦੀ ਕੀਮਤ, ਉਹਨਾਂ ਸਵਾਸਾਂ ਦੀ ਕਦਰ, ਉਹਨਾਂ ਸਵਾਸਾਂ ਦਾ ਮੁੱਲ ਪਾਉਣ ਦਾ ਯਤਨ ਕਰ। ਉਹ ਰੋੜਿਆਂ ਵਾਂਗੇ ਥੈਲੇ ਵਾਂਗੂ ਉਹਨੇ ਸਾਰੀ ਰਾਤ ਸੁੱਟ ਦੇਣਾ, ਇਵੇਂ ਕਿਤੇ ਤੂੰ ਵੀ ਆਪਣੀ ਜ਼ਿੰਦਗੀ ਰੂਪੀ ਰਾਤ ਵਿੱਚ ਰੋੜੇ ਨਾ ਸੁੱਟੀ ਜੇ। ਸਵਾਸਾਂ ਨੂੰ ਗਵਾਉਂਦਾ ਨਾ ਜਾਈ। ਇਹਨਾਂ ਸਵਾਸਾਂ ਦੀ ਕੀਮਤ ਉਹਨੂੰ ਥੋੜਾ ਜਿਹਾ ਪੁੱਛ ਕੇ ਵੇ। ਕਿਹਨੂੰ ਪੁੱਛਣਾ? ਜਿਹੜਾ ਅੰਤਲੇ ਸਵਾਸਾਂ ਤੇ ਆ, ਜਿਹੜਾ ਪਤਾ ਲੱਗ ਰਿਹਾ ਵੀ ਬਿੰਦ ਝਾਟੀ ਆ ਬਸ ਮਰ ਜਾਊਗਾ, ਉਹਨੂੰ ਪੁੱਛ ਇਹਨਾਂ ਸਵਾਸਾਂ ਦੀ ਕੀਮਤ ਕਿੰਨੀ ਕਾ। ਮਰਨ ਦੇ ਕਿਨਾਰੇ ਵੇਖਦੇ ਆ, ਆਪਾਂ ਨੂੰ ਕੀ ਪਤਾ ਹੈ ਨਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾ, ਭ੍ਰਮਤ ਵਿਆਪਤ ਜਰੇ ਕਵਾਰਾ, ਜਾਣ ਨਾ ਪਾਈਏ ਪ੍ਰਭ ਦਰਬਾਰਾ। ਮੈਂ ਇੰਨੀ ਕੁ ਭਟਕਣਾ ਦੇ ਵਿੱਚ ਫਸ ਗਿਆ, ਮੈਂ ਪ੍ਰਭੂ ਮਾਲਕ ਦਾ ਦਰਬਾਰ ਅਜੇ ਤੱਕ ਪਹਿਚਾਣ ਨਹੀਂ ਸਕਿਆਗਾ। ਕਦੇ ਗੁਰੂ ਬਖਸ਼ਿਸ਼ ਕਰੇ ਮੈਂ ਉਹ ਮਾਲਕ ਦਾ ਦਰ ਪਹਿਚਾਣ ਲਵਾਂ। ਤੇ ਸਾਡਾ ਧਿਆਨ ਅਜੇ ਕਿੱਥੇ ਆ? ਉਹ ਇੱਕ ਬੱਚੇ ਵਾਂਗ, ਜਿਹੜੀ ਆਪਾਂ ਪਹਿਲਾਂ ਉਦਾਹਰਨ ਲੈਤੀ ਸੀ। ਬੱਚਾ ਗਿਆ, ਕਹਿੰਦਾ ਮਾਂ, ਕਹਿੰਦਾ ਉੱਤਾ ਅੱਗੇ ਵੀ ਲੜਾਈ, ਪਿੱਛੇ ਵੀ ਲੜਾਈ, ਖੱਬੇ ਵੀ ਲੜਾਈ, ਸੱਜੇ ਵੀ ਲੜਾਈ, ਮਾੜੇ ਕੰਮ ਹੋਈ ਜਾਂਦੇ। ਉੱਥੇ ਤਾਂ ਮੈਂ ਦੇਖ ਕੇ ਆਪਣੀਆਂ ਅੱਖਾਂ ਨਾਲ ਮਾਂ ਨੇ ਫਿਰ ਤਰੀਕਾ ਕੀ ਵਰਤਿਆ? ਗਲਾਸ ਪਾਣੀ ਦੇਤਾ, ਕਹਿੰਦੀ ਡੁੱਲਣ ਨਹੀਂ ਦੇਣਾ, ਕਹਿੰਦੀ ਹੁਣ ਜਾ ਕੇ ਦੁਆਰੇ। ਫਿਰ ਉਹ ਕਿਸੇ ਪਾਸੇ ਨਹੀਂ ਤੱਕਿਆ, ਕੇਵਲ ਗਲਾਸ ਤੇ ਧਿਆਨ ਰਿਹਾ। ਫਿਰ ਮਾਂ ਨੇ ਸਿੱਖਿਆ ਦਿੱਤੀ, ਕਹਿੰਦੀ ਇਉਂ ਹੀ ਗੁਰੂ ਤੇ ਧਿਆਨ ਰੱਖਿਆ ਕਰ, ਆਸੇ ਪਾਸੇ ਨਾ ਤੱਕ। ਜਦੋਂ ਲੋੜ ਪਈ ਦੇਖ ਲਈ, ਕੋਈ ਗੱਲ ਨਹੀਂ, ਪਰ ਜਦੋਂ ਗੁਰੂ ਕੋਲੇ ਗੁਰੂ ਦੀ ਗੱਲ ਸੁਣਿਆ ਨਾ, ਉਦੋਂ ਗੁਰੂ ਤੇ ਧਿਆਨ ਰੱਖ। ਚਲੋ ਇੱਥੇ ਪਾਤਸ਼ਾਹ ਜੀ ਕਹਿੰਦੇ, ਆਸਾ ਅੰਦੇਸਾ ਬੰਦ ਪਰਾਨਾ, ਮਹਿਲ ਨਾ ਪਾਵੇ ਫਿਰਤ ਬਗਾਨਾ। ਇੰਨੀਆਂ ਕੁ ਸਾਡੀ ਜ਼ਿੰਦਗੀ ਦੇ ਵਿੱਚ ਆਸਾਂ ਨੇ। ਆਸਾਂ ਤੋਂ ਭਾਵ ਅਸੀਂ ਬਹੁਤ ਐਡਵਾਂਸ ਅੱਗੇ ਲੰਘ ਚੁੱਕੇ ਹਾਂ। ਚਲੋ ਲੰਘਣਾ ਗੁਨਾਹ ਨਹੀਂ ਹੈ, ਕੋਈ ਗੁਨਾਹ ਨਹੀਂ ਹੈ, ਪਰ ਇੰਨਾ ਕੋ ਦਾਇਰੇ ਵਿੱਚ ਰਹੀਏ, ਸਾਡੇ ਗੁਰੂ ਵੀ ਧਿਆਨ 'ਚ ਹੋਵੇ। ਪਰ ਇੰਨਾ ਅੱਗੇ ਨਾ ਲੰਘ ਜਾਈਏ ਵੀ ਕਿਤੇ ਅਸੀਂ ਆਪਣੇ ਘਰ ਤੋਂ ਖੁੰਝ ਜਾਈਏ। ਕਈ ਵਾਰ ਚੱਕਰ ਪੈਂਦਾ ਨਾ ਬੰਦੇ ਨੂੰ, ਬੰਦਾ ਆਪਣੇ ਘਰ ਨੂੰ ਬਣਾਉਣ ਦੇ ਚੱਕਰ 'ਚ ਆਪਣੇ ਘਰ ਵਿੱਚ ਟਿਕ ਕੇ ਬੈਠ ਨਹੀਂ ਸਕਦਾ ਸਾਰੀ ਉਮਰ। ਘਰ ਨੂੰ ਬਣਾਉਣ ਦੇ ਚੱਕਰ 'ਚ ਨਾ ਘਰ 'ਚ ਟਿਕ ਕੇ ਨਹੀਂ ਬਹਿੰਦਾ। ਜੇ ਘਰ ਬਣਾਇਆ ਉਹ ਕਿਸੇ ਖਾਤਰ ਬਣਾ ਦਿੱਤਾ, ਪਰ ਸੋਚਿਆ ਕੀ ਸੀ? ਮੈਂ ਆਪਣੇ ਖਾਤਰ ਘਰ ਬਣਾਉਣਾ ਨਹੀਂ। ਆਪਣੇ ਘਰ ਖਾਤਰ ਘਰ ਬਣਾਉਣ ਵਾਲਾ ਆਪਣੇ ਘਰ 'ਚ ਟਿਕ ਨਹੀਂ ਸਕਿਆ। ਇੱਥੇ ਪਾਤਸ਼ਾਹ ਨੇ ਉਹੀ ਗੱਲ ਲਿਖੀ ਆ, ਇੰਨੀਆਂ ਕੁ ਆਸਾਂ ਲੰਮੀਆਂ ਨੇ, ਬੰਦਾ ਆਪਣੇ ਘਰ ਤੋਂ ਭਟਕ ਗਿਆ, ਖੁੰਝ ਗਿਆ, ਨਹੀਂ ਆ ਸਕਿਆ, ਆਪਣੇ ਘਰ ਵਿੱਚ ਨਹੀਂ ਮੁੜਿਆਗਾ। ਫਿਰ ਪਾਤਸ਼ਾਹ ਨੇ ਕਿਹਾ, ਮਹਿਲ ਨਾ ਪਾਵੈ ਕਰਤ ਬਗਾਨਾ। ਮਹਿਲ ਘਰ ਨਾ ਪਾਵੈ, ਪ੍ਰਾਪਤ ਨਹੀਂ ਹੋਇਆ, ਉਹ ਤਾਂ ਭਾਈ ਭਟਕਦਾ ਫਿਰਦਾ ਰਿਹਾਗਾ। ਸਗਲ ਬਿਆਦ ਕਹਿ ਬਸ ਕਰ ਦੇਨਾ, ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਜਿਵੇਂ ਮੱਛਲੀ ਆ ਨਾ, ਪਾਣੀ ਤੋਂ ਬਿਨਾ ਮਰ ਜਾਂਦੀ ਆ, ਤੇ ਮੇਰੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਬਣ ਜਾਵੇ। ਲਾਸਟ ਵਿੱਚ ਮਾਲਕ ਜੀ ਕਹਿੰਦੇ, ਕਸੂ ਸਿਆਣਪ ਉਕਤ ਨਾ ਮੋਰੀ। ਮਾਲਕ ਜੀ ਮੇਰੀ ਕੋਈ ਵੀ ਸਿਆਣਪ ਨਹੀਂ ਹੈ ਜਿਹੜੀ ਤੇਰੇ ਅੱਗੇ ਕੰਮ ਕਰ ਜਾਵੇ। ਏਕ ਆਸ ਠਾਕੁਰ ਪ੍ਰਭ ਤੋਰੀ, ਬਸ ਇੱਕ ਆਸ ਮੈਂ ਤੇਰੇ ਤੇ ਰੱਖੀ ਹੈ, ਮੇਰਾ ਜੀਵਨ ਤੇਰੇ ਨਾਲ ਜੁੜ ਕੇ ਸੋਹਣਾ ਬਣ ਜਾਵੇ। ਕਰੂੰ ਬੇਨਤੀ ਸੰਤਨ ਪਾਸੈ, ਮੇਲ ਲਿਓ ਨਾਨਕ ਅਰਦਾਸੈ। ਮੇਰੀ ਤਾਂ ਇਹੀ ਬੇਨਤੀ ਹੈ, ਹੇ ਸੱਚੇ ਪਾਤਸ਼ਾਹ ਮੈਨੂੰ ਆਪਣੇ ਆਪ ਨਾਲ ਮੇਲ ਲੈ, ਮੈਨੂੰ ਆਪਣੇ ਆਪ ਨਾਲ ਜੋੜ ਲੈ। ਇੱਥੋਂ ਤੱਕ ਵਿਚਾਰ ਸਮਾਪਤ ਹੈ। ਵਿਚਾਰ ਦਾ ਵਿਸ਼ਾ ਜੋ ਅੱਜ ਦਾ ਸੀ, ਉਰਜ ਰਹਿਓ ਵਿਖਿਆ ਕੈ ਸੰਗਾ, ਮਨਹਿ ਵਿਆਪਤ ਅਨਕ ਤਰੰਗਾ। ਸਾਡੇ ਮਨ ਦੇ ਵਿੱਚ ਅਨੇਕਾਂ ਤਰੰਗਾਂ ਵਗਦੀਆਂ ਨੇ, ਉਹ ਤਰੰਗਾਂ ਵਿਸ਼ੇ ਵਿਕਾਰਾਂ ਦੀਆਂ ਨੇ। ਪਾਤਸ਼ਾਹ ਕਹਿੰਦੇ ਉਹਨਾਂ ਤਰੰਗਾਂ ਤੋਂ ਥੋੜਾ ਜਿਹਾ ਬਚ ਕੇ ਗੁਰੂ ਕੋਲੇ ਆਉਣ ਦੀ ਕੋਸ਼ਿਸ਼ ਕਰ, ਤਾਂ ਤੇਰੀ ਜ਼ਿੰਦਗੀ ਅਸ਼ਵਸ਼ ਬਣ ਜਾਵੇਗੀ, ਵਧੀਆ ਬਣ ਜਾਵੇਗੀ। ਪਹਿਲੇ ਰਹਾਉ ਦੇ ਬੰਦ ਵਿੱਚ ਕਤ ਪਾਈਐ ਪੂਰਨ ਪਰਮੇਸ਼ਰ ਕਿਵੇਂ ਪਾਈਏ, ਤੇ ਲਾਸਟ ਵਾਲੇ ਰਹਾਉ ਦੇ ਬੰਦ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀ ਕੀਤਾ? ਕਹਿੰਦੇ ਉਹ ਮਾਲਕ ਪਰਮਾਤਮਾ ਦੀ ਸਤ ਸੰਗਤ ਨਾਲ ਜੁੜ ਕੇ ਤੂੰ ਪਰਮਾਤਮਾ ਨੂੰ ਮਿਲ ਸਕਦਾ ਹੈ। ਸੋ ਇੱਥੋਂ ਤੱਕ ਵਿਚਾਰ ਸਮਾਪਤ ਆ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ